ਐਲਾਨ ਤੋਂ ਪਹਿਲਾਂ ਘਮਸਾਨ ਦਾ ਦੱਸ ਦੇਵਾਂ। ਘਮਸਾਨ ਇਹੋ ਹੀ ਆ ਕਿ ਭਾਜਪਾ ਨੇ ਉੱਥੇ ਜਿਹੜੀ ਸੂਚੀ ਜਾਰੀ ਕੀਤੀ ਪਹਿਲੀ, ਉਹ ਤੇ ਸਭ ਠੀਕ ਠਾਕ ਰਹੀ ਜੀ। ਉਹ ਜਿਹੜੀ ਸੂਚੀ ਸੀ ਉਹ ਤੇ ਸੁੱਚੀ ਰਹੀ, ਕੋਈ ਬਗਾਵਤ ਨਹੀਂ ਹੋਈ। ਦੂਜੀ ਸੂਚੀ ਸੀਗੀ ਜਿਹੜੀ, ਉਹਦੇ ਤੇ ਰੱਟਾ ਪੈ ਗਿਆ। ਜਿਹੜੀ ਇਹਨਾਂ ਨੇ ਤੀਜੀ ਜਾਰੀ ਕੀਤੀ ਆ ਉਹਦੇ ਤੇ ਰੱਟਾ ਹੋਰ ਵੀ ਵੱਧ ਗਿਆ। ਹੋਇਆ ਜੀ। ਕੀ ਆ ਕਿ ਇਹਨਾਂ ਨੇ ਕੁੱਲ ਮਿਲਾ ਕੇ 20 ਆਪਣੇ ਜਿਹੜੇ ਸਿਟਿੰਗ MLA ਸੀਗੇ ਉਹਨਾਂ ਨੂੰ ਟਿਕਟ ਨਹੀਂ ਦਿੱਤੀ। ਹੁਣ ਉਹਨਾਂ ਦੇ ਸਮਰਥਕ ਜਾਂ ਉਹ ਕਹਿ ਲਓ ਆਪ ਜਿਹੜੇ ਆ ਉਹ ਬਗਾਵਤ ਕਰ ਬੈਠੇ ਆ। ਦੂਜੇ ਪਾਸੇ ਹਾਲ ਜਿਹੜਾ ਕਾਂਗਰਸ ਦਾ ਵੀ ਜੁਦਾ ਨਹੀਂ ਹੈ। ਇਹਨਾਂ ਨੇ ਜਿਹੜੀ ਪਹਿਲੀ ਸੂਚੀ ਜਾਰੀ ਕੀਤੀ, ਪਹਿਲੀ ਚੋਰੀ ਪਹਿਲਾ ਫਾਹ, ਇਹ ਪਹਿਲੀ ਸੂਚੀ ਜਾਰੀ ਕਰਕੇ ਇੱਕ ਸੁੱਤੇ ਫਸ ਗਏ, ਕਿਉਂਕਿ ਇਹਨਾਂ ਦੇ ਨਾਲ ਜਿਹੜੇ ਨਵੇਂ ਸੱਜਣ ਤੁਰੇ ਪਾਟੀਦਾਰ ਹਾਰਦਿਕ ਪਟੇਲ ਹੋਰੀ, ਉਹਨਾਂ ਨੂੰ ਇਹਨਾਂ ਨੇ ਵਿੱਚੋਂ 17 ਦੇ ਮੇਰੇ ਖਿਆਲ ਦੇ ਨਾਲ 5 ਸੀਟਾਂ ਦਿੱਤੀਆਂ। 5 ਸੀਟਾਂ ਦਿੱਤੀਆਂ, 5 ਤੋਂ ਉਹਨਾਂ ਨੇ ਇਹ ਵਖੇੜਾ ਪਾ ਲਿਆ ਕੁਛ ਲੋਕਾਂ ਨੇ ਕਿ ਜਿਹੜੀਆਂ ਇਹ ਟਿਕਟਾਂ ਖਾਸ ਤੌਰ ਤੇ ਸੂਰਤ ਦੇ ਵਿੱਚ 2 ਦਿੱਤੀਆਂ ਗਈਆਂ, ਇਹਨਾਂ ਦੇ ਵਿੱਚ ਪਾਟੀਦਾਰ ਉਮੀਦਵਾਰ ਜਿਹੜੇ ਮੈਦਾਨ 'ਚ ਉਤਾਰੇ ਗਏ ਉਹ ਬਿਲਕੁਲ ਹੌਲੇ ਉਤਾਰੇ ਗਏ, ਜਦਕਿ ਸੂਰਤ ਦੇ ਵਿੱਚ ਪਾਟੀਦਾਰਾਂ ਦਾ ਆਧਾਰ ਬਹੁਤ ਵੱਡਾ। ਜੀ। ਹੁਣ ਕਾਂਗਰਸ ਦੇ ਦਫ਼ਤਰਾਂ ਤੇ ਪਾਟੀਦਾਰਾਂ ਨੇ ਹਮਲੇ ਵੀ ਕਰ ਦਿੱਤੇ ਆ। 2-3 ਥਾਵਾਂ ਤੇ ਇਹਨਾਂ ਦਾ ਆਪਸੀ ਝਗੜਾ ਵੀ ਹੋਇਆ। ਪਰ ਕਾਂਗਰਸ ਕਿਉਂਕਿ ਉੱਥੇ ਕਿਸੇ ਵੀ ਹਾਲਤ ਦੇ ਵਿੱਚ ਆਪਣੀ ਹੋਂਦ ਦਰਜ ਕਰਵਾਉਣਾ ਚਾਹੁੰਦੀ ਹੈ ਗੁਜਰਾਤ ਦੇ ਵਿੱਚ, ਇਹਨਾਂ ਨੇ ਯਕਦਮ ਇਹ ਫੈਸਲਾ ਲਿਆ ਕਿ ਜਿੱਥੇ ਜਿੱਥੇ ਤੁਹਾਡੀ ਨਾਰਾਜ਼ਗੀ ਆ ਉੱਥੇ ਉੱਥੇ ਅਸੀਂ ਟਿਕਟਾਂ ਬਦਲ ਵੀ ਦੇਵਾਂਗੇ। ਮਤਲਬ ਇਹ ਆ ਕਿ ਬਹੁਤ ਜਲਦੀ ਤਬਾਦਲਾ ਵੀ ਇਹਨਾਂ ਟਿਕਟਾਂ ਦਾ ਜਿਹੜਾ ਵੇਖਣ ਨੂੰ ਮਿਲ ਸਕਦਾ। ਯਾਨੀ ਦੋਨੇ ਪਾਰਟੀਆਂ ਜਿਹੜੀਆਂ ਬਗਾਵਤਾਂ ਦਾ ਸਾਹਮਣਾ ਕਰਦੀਆਂ ਪਈਆਂ ਔਰ ਇਹ ਕੰਮ ਸ਼ੁਰੂ ਹੋ ਗਿਆ। ਹੁਣ ਇਹ ਦੋਨੇ ਪਾਰਟੀਆਂ ਇਹ ਵੀ ਯਤਨ ਕਰਦੀਆਂ ਪਈਆਂ ਕਿ ਬਗਾਵਤ ਜਿਹੜੀ ਅੰਦਰੂਨੀ ਬਗਾਵਤ ਆ ਉਹ ਅਦਾਵਤ ਨਾ ਬਣੇ, ਯਾਨੀ ਬਗਾਵਤ ਦੁਸ਼ਮਣੀ ਨਾ ਬਣ ਜਾਵੇ। ਸੋ ਇਸ ਕਰਕੇ ਇਹ ਇਸ ਭਾਂਬੜ ਨੂੰ ਜਿਹੜੇ ਇਹਨਾਂ ਦੇ ਆਪੋ ਆਪਣੇ ਵਿਹੜੇ 'ਚ ਮਚੇ ਹੋਏ ਆ, ਇਹ ਇਹਨਾਂ ਭਾਂਬੜਾਂ ਨੂੰ ਸ਼ਾਂਤ ਕਰਨ ਦੇ ਵਿੱਚ ਲੱਗੀਆਂ ਹੋਈਆਂ। ਪਰ ਇਸੇ ਦਰਮਿਆਨ ਕਾਂਗਰਸ ਨੇ ਇਹ ਪਤਾ ਖੇਡ ਦਿੱਤਾ। ਪਤਾ ਕੀ ਖੇਡਿਆ ਕਿ ਇਹਨਾਂ ਦੀ ਜਿਹੜੀ ਕਾਂਗਰਸ ਵਰਕਿੰਗ ਕਮੇਟੀ ਉਹਦੀ ਅੱਜ ਬੈਠਕ ਹੋਈ। ਬੈਠਕ ਤੋਂ ਤੁਰੰਤ ਬਾਅਦ ਇਹਨਾਂ ਨੇ ਐਲਾਨ ਕਰ ਦਿੱਤਾ ਕਿ ਕਾਂਗਰਸ ਪ੍ਰਧਾਨ ਦੇ ਅਹੁਦੇ ਲਈ ਜਿਹੜਾ ਨੋਟੀਫਿਕੇਸ਼ਨ ਆ ਉਹ 1 ਦਸੰਬਰ ਨੂੰ ਹੋਏਗਾ, 4 ਨੂੰ ਨਾਮਜ਼ਦਗੀ ਹੋਊਗੀ, 16 ਨੂੰ ਵੋਟਿੰਗ ਤੇ 19 ਨੂੰ ਨਤੀਜਾ ਨਿਕਲ ਆਊਗਾ। ਮਤਲਬ ਇਹ ਆ ਕਿ ਜਿੱਦਾਂ ਆਮ ਇਲੈਕਸ਼ਨ ਹੁੰਦਾ ਉਸੇ ਤਰੀਕੇ ਦਾ ਇੱਕ ਇਲੈਕਸ਼ਨ ਹੋਏਗਾ ਕਾਂਗਰਸ ਪਾਰਟੀ ਦੇ ਅੰਦਰ ਹੀ, ਔਰ ਉਸ ਇਲੈਕਸ਼ਨ ਦੇ ਨਤੀਜੇ ਤੋਂ ਬਾਅਦ ਕਾਂਗਰਸ ਨੂੰ ਨਵਾਂ ਮੁਖੀ ਮਿਲ ਜਾਏਗਾ। ਹੁਣ ਜਿਹੜੀ 4 ਤਰੀਕ ਤੱਕ ਨਾਮਜ਼ਦਗੀ ਦਾਖਲ ਕਰਨੀ ਹੈ ਲੋਕਾਂ ਨੇ, ਉਹਦੇ ਤੋਂ ਮੇਰੇ ਖਿਆਲ ਦੇ ਨਾਲ ਸਾਫ਼ ਪਤਾ ਲੱਗ ਜਾਣਾ, ਯਾਨੀ 19 ਤਰੀਕ ਆਉਣ ਦੀ ਲੋੜ ਹੀ ਨਹੀਂ। ਨਾਮਜ਼ਦਗੀ ਕਿਸੇ ਨੇ ਭਰਨੀ ਨਹੀਂ, ਕਿਉਂਕਿ ਪ੍ਰਧਾਨ ਬਣਨਾ ਗਾਂਧੀਆਂ ਦੇ ਵਿਹੜੇ ਚੋਂ, ਵਿਹੜੇ ਦੇ ਵਿੱਚ ਇੱਕੋ ਇੱਕ ਚਿਰਾਗ ਆ। ਸੋ ਇਹੋ ਹੀ ਜਗਣਾ ਲੈ ਦੇ ਕੇ ਇਹਦੇ ਤੇ ਗੁਣਾ ਪੈਣਾ। ਨਾਮਜ਼ਦਗੀਆਂ ਵਾਲੇ ਦਿਨ ਹੀ ਸਾਫ਼ ਹੋ ਜਾਣਾ ਕਿ ਰਾਹੁਲ ਗਾਂਧੀ ਦਾ ਕੋਈ ਵਿਰੋਧੀ ਨਹੀਂ ਹੈ। ਓਦਾਂ ਜੇ ਪ੍ਰਤੱਖ ਰੂਪ ਦੇ ਵਿੱਚ ਇਲੈਕਸ਼ਨ ਨਾ ਹੁੰਦਾ ਹੋਵੇ, ਅਪ੍ਰਤੱਖ ਰੂਪ ਦੇ ਵਿੱਚ ਯਾਨੀ ਲੁਕਵਾਂ ਇਲੈਕਸ਼ਨ ਹੋਣਾ ਹੋਵੇ, ਗੁਪਤ ਇਲੈਕਸ਼ਨ, ਫਿਰ ਤੇ ਭਾਵੇਂ ਦੀ ਜ਼ਮਾਨਤ ਵੀ ਜ਼ਬਤ ਹੋ ਜਾਵੇ, ਫਿਰ ਤੇ ਇਹੋ ਜਿਹੀ ਵੀ ਸੰਭਾਵਨਾ ਹੋ ਸਕਦੀ ਹੈ। ਪਰ ਕਿਉਂਕਿ ਸਿੱਧੇ ਤੌਰ ਤੇ ਨਾਮਜ਼ਦਗੀ ਹੋਣੀ ਆ, ਸੋ ਇਸ ਲਿਹਾਜ਼ ਦੇ ਨਾਲ ਬੜੀ ਸੰਭਾਵਨਾ ਘੱਟ ਹੈ ਕਿ ਕੋਈ ਰਾਹੁਲ ਗਾਂਧੀ ਨੂੰ ਚੁਣੌਤੀ ਦੇ ਸਕੇਗਾ। ਉੱਦਾਂ ਬਹੁਤ ਸਾਰੇ ਇਸ ਸਮੇਂ ਟਵੀਟਰ ਤੇ ਟਵੀਟ ਵੀ ਟ੍ਰੈਂਡ ਕਰਦੇ ਪਏ ਇਸ ਮੁੱਦੇ ਨੂੰ ਲੈ ਕੇ। ਉਹਦੇ ਚ ਇੱਕ ਮੈਂ ਤੁਹਾਨੂੰ ਚੁਣ ਕੇ ਸੁਣਾ ਦਿੰਦਾ। ਕਿਸੇ ਨੇ ਟਵੀਟ ਕਹਿੰਦਾ अब तो कांग्रेस मुक्त भारत बनाने का बीजेपी का सपना ਜਿਹੜਾ पूरा हो गया, क्योंकि महात्मा गांधी का भी सपना था कि आजादी के बाद कांग्रेस का भोग डाल दिया जाए। तो राहुल गांधी जल्दी ये सपना पूरा कर देंगे, दोनों का सुपना पूरा हो जाएगा। ਜੀ ਜੀ। ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਜੱਗੀ ਜੋਹਲ ਮਾਮਲੇ ਦੇ ਵਿੱਚ ਕੈਪਟਨ ਨੇ ਸਾਂਝੀ ਪੜਤਾਲ ਦੀ ਮੰਗ ਨੂੰ ਨਕਾਰ ਦਿੱਤਾ। ਦੇਖੋ, ਇਹ ਮੰਗ ਕਾਫੀ ਵੱਡੇ ਪੱਧਰ ਤੇ ਇੱਥੇ ਉੱਠ ਲੱਗ ਪਈ ਆ ਜੀ। ਅੱਜ ਜਿਹੜਾ ਸਿੰਗਰ ਆ ਦਿਲਜੀਤ ਦੋਸਾਂਝ, ਉਹਨੇ ਵੀ ਹਮਾਇਤ ਕੀਤੀ ਹੈ ਜੱਗੀ ਜੋਹਲ ਦੀ। ਇਸ ਤੋਂ ਇਲਾਵਾ ਕਾਫੀ ਲੰਮੇ ਸਮੇਂ ਤੋਂ ਆਪਣਾ ਨੈਟ ਪੈਕ ਸ਼ਾਇਦ ਨਹੀਂ ਸੀ ਪਾਇਆ ਭਗਵੰਤ ਮਾਨ ਨੇ, ਉਹਨਾਂ ਨੇ ਵੀ ਆਪਣਾ ਨੈਟ ਪੈਕ ਪਵਾ ਕੇ ਤੇ ਅੱਜ ਲਾਈਵ ਕਰ ਦਿੱਤੀ ਹੈ ਵੀਡੀਓ। ਉਹਨਾਂ ਨੇ ਵੀ ਜੱਗੀ ਦਾ ਇੱਕ ਤਰ੍ਹਾਂ ਨਾਲ ਸਮਰਥਨ ਕੀਤਾ ਖੁੱਲੇ ਰੂਪ ਦੇ ਵਿੱਚ। ਇਸ ਤੋਂ ਪਹਿਲਾਂ
ਸੁਖਪਾਲ ਸਿੰਘ ਖਹਿਰਾ, ਕਮਲ ਸੰਧੂ, ਇਹ ਸਾਰੇ ਹੀ ਇਸ ਹੱਕ ਦੇ ਵਿੱਚ ਆਵਾਜ਼ ਬੁਲੰਦ ਕਰ ਚੁੱਕੇ ਆ ਕਿ ਇਸ ਮਾਮਲੇ ਦੀ ਪੜਤਾਲ ਜਿਹੜੀ ਆ ਉਹ ਸਾਂਝੇ ਰੂਪ ਦੇ ਵਿੱਚ ਜਾਨੀ ਯੂਕੇ ਦੀ ਪੁਲਿਸ ਤੇ ਪੰਜਾਬ ਪੁਲਿਸ ਦੀ ਇਹ ਰਲ ਕੇ ਕਰ ਲੈਣ ਜੀ, ਤਾਂ ਕਿ ਇਹ ਸਾਫ਼ ਹੋ ਸਕੇ ਕਿ ਇਹਦੇ 'ਚ ਗੁਨਾਹਗਾਰ ਕੌਣ ਆ, ਇਹਦੇ 'ਚ ਬੇਗੁਨਾਹ ਕੌਣ ਆ। ਤਾਂ ਜਦੋਂ ਪੱਤਰਕਾਰਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਪੁੱਛਿਆ ਕਿ ਭਾਈ ਤੁਸੀਂ ਇਸ ਤਰ੍ਹਾਂ ਦੀ ਕੋਈ ਸਾਂਝੀ ਜਾਂਚ ਪੜਤਾਲ ਅਲਾਓ ਕਰੋਗੇ, ਤਾਂ ਉਹਨੇ ਆਖਿਆ ਕਿ ਕਾਹਦੀ ਜਾਂਚ ਪੜਤਾਲ, ਅਸੀਂ ਨਹੀਂ ਕਰਾਉਣੀ। ਉਹ ਕਹਿੰਦੇ ਕਿ ਮੰਨ ਲਓ ਹੁਣ ਕੈਨੇਡਾ ਜਾਂ ਇੰਗਲੈਂਡ ਦੇ ਵਿੱਚ ਕੋਈ ਬੰਬ ਚੱਲ ਜਾਵੇ, ਜੇ ਅਸੀਂ ਆਖੀਏ ਕਿ ਸਾਨੂੰ ਜਾਂਚ ਪੜਤਾਲ ਦੇ ਵਿੱਚ ਸ਼ਾਮਿਲ ਕਰ ਲਓ, ਕਰ ਲੈਣਗੇ। ਇਹ ਇੱਕ ਸਿਸਟਮ ਆ ਔਰ ਅਸੀਂ ਆਪਣੇ ਸਿਸਟਮ ਦੇ ਮੁਤਾਬਕ ਜਾਂਚ ਪੜਤਾਲ ਕਰਦੇ ਪਏ ਹਾਂ। ਤੇ ਜਦੋਂ ਉਹਨਾਂ ਨੂੰ ਸਵਾਲ ਕੀਤਾ ਗਿਆ ਕਿ ਚਰਚੇ ਇਹ ਆ ਕਿ ਮੁੰਡਿਆਂ ਨੂੰ ਕੁੱਟਿਆ ਮਾਰਿਆ ਗਿਆ, ਉਹ ਕਹਿੰਦੇ ਕੋਈ ਮਾਰ ਕੁਟਾਈ ਨਹੀਂ, ਇਹ ਸਭ ਐਵੇਂ ਰੌਲਾ ਪਾਈ ਜਾਂਦੇ ਆ। ਸੋ ਇਹ ਉਹਨਾਂ ਦਾ ਬਿਆਨ ਆ। ਪਰ ਇਸ ਤੋਂ ਵੀ ਅਗਲੀ ਇੱਕ ਖਬਰ ਜਿਹੜੀ ਅੱਜ ਦੈਨਿਕ ਭਾਸਕਰ ਨੇ ਛਾਪੀ ਆ, ਉਹ ਵੈਸੇ ਚਰਚਾ ਯੋਗ ਨਹੀਂ ਬਣੀ ਪਰ ਬਹੁਤ ਵੱਡੀ ਖਬਰ ਆ। ਉਹ ਇਸ ਸਾਰੇ ਘਟਨਾਕ੍ਰਮ ਨਾਲ ਜੁੜੀ ਉਹ ਖਬਰ ਕੀ ਆ? ਖਬਰ ਉਹਨਾਂ ਨੇ ਇਹ ਛਾਪੀ ਆ ਕਿ NIA ਨੇ ਜਿਹੜੀ ਪੜਤਾਲ ਸ਼ੁਰੂ ਕੀਤੀ ਔਰ ਇਹਨਾਂ ਸਾਰਿਆਂ ਨੂੰ 5 ਦਿਨ ਦੇ ਰਿਮਾਂਡ ਤੇ ਲਿਆ। ਅਸਲ ਦੇ ਵਿੱਚ ਇਹ ਜਿਹੜੀ ਜਾਂਚ ਪੜਤਾਲ ਆ, ਇਹ ਪ੍ਰਾਈਮ ਮਿਨਿਸਟਰ ਆਫਿਸ ਨੇ ਹੀ ਦਵਾਈ ਆ NIA ਨੂੰ। ਔਰ ਇਹਦਾ ਕਾਰਨ ਇਹ ਆ ਕਿ ਪ੍ਰਾਈਮ ਮਿਨਿਸਟਰ ਆਫਿਸ ਨੂੰ ਯਾਨੀ ਪ੍ਰਧਾਨ ਮੰਤਰੀ ਦੇ ਦਫ਼ਤਰ ਨੂੰ ਐਸਾ ਲੱਗਦਾ ਪਿਆ ਕਿ ਕਿਤੇ ਨਾ ਕਿਤੇ ਕਹਾਣੀ 'ਚ ਗੜਬੜੀ ਆ ਜੀ। ਸੋ ਇੱਕ ਯੂਕੇ ਦੇ ਵਿੱਚ ਬਹੁਤ ਵਿਰੋਧ ਹੋਇਆ ਪਿਆ। ਔਰ ਮੈਂ ਪਹਿਲਾਂ ਹੀ ਗੱਲ ਕਹੀ ਸੀ ਕਿ ਯੂਕੇ ਦੇ ਨਾਲ ਭਾਰਤ ਦੇ ਸਬੰਧ ਜਿਹੜੇ ਆ ਉਹ ਬਹੁਤ ਮਿੱਠੇ ਆ। ਔਰ ਦੂਜੀ ਚੀਜ਼ ਇਹ ਆ ਕਿ ਬਹੁਤ ਸਾਰੀਆਂ ਹਵਾਲਗੀਆਂ ਜਿਹੜੀਆਂ ਮੇਰੇ ਖਿਆਲ ਦੇ ਨਾਲ ਅੱਧਾ ਦਰਜਨ ਤੇ ਹੁਣੇ ਵੀ ਪ੍ਰਕਿਰਿਆ ਦੇ ਵਿੱਚ ਆ, ਤਾਂ ਇਹ ਹਵਾਲਗੀਆਂ ਦਾ ਮਸਲਾ ਯੂਕੇ ਦੇ ਨਾਲ ਜੁੜਿਆ ਹੋਇਆ। ਸੋ ਯੂਕੇ ਦੇ ਨਾਲ ਸੰਬੰਧ ਇਸ ਤਰ੍ਹਾਂ ਗਵਾਉਣ ਤੋਂ ਪਹਿਲਾਂ ਭਾਰਤ 100 ਵਾਰੀ ਸੋਚੇਗਾ। ਸੋ ਉਹ ਕਿਤੇ ਨਾ ਕਿਤੇ ਕਹਾਣੀ ਸੱਚ ਸਾਬਤ ਹੁੰਦੀ ਪਈ ਆ, ਕਿਉਂਕਿ ਇਸ ਅਖਬਾਰ ਨੇ ਖੁਲਾਸਾ ਕੀਤਾ ਦੈਨਿਕ ਭਾਸਕਰ ਨੇ ਕਿ ਇਹ ਪ੍ਰਾਈਮ ਮਿਨਿਸਟਰ ਦਫ਼ਤਰ ਵੱਲੋਂ ਜਿਹੜੀ ਇਨਵੈਸਟੀਗੇਸ਼ਨ ਕਰਵਾਈ ਜਾ ਰਹੀ ਆ, ਇਹ ਤੋਂ ਪਹਿਲਾਂ ਇਹਨਾਂ ਨੇ ਆਪਣੇ ਸੂਏ ਵਿਭਾਗ ਤੋਂ ਇੱਕ ਰਿਪੋਰਟ ਲਈ ਹੈ ਗੁਪਤ। ਔਰ ਉਸ ਗੁਪਤ ਰਿਪੋਰਟ ਦੇ ਵਿੱਚ ਵੀ ਇਹਨਾਂ ਨੇ ਕਿਹਾ ਕਿ ਸੂਆ ਵਿਭਾਗ ਵਾਲਿਆਂ ਨੇ ਕਿ ਪੁਲਿਸ ਦੀ ਜਿਹੜੀ ਕਹਾਣੀ ਹੈ ਉਹ ਕਿਤੇ ਨਾ ਕਿਤੇ ਤੱਥਾਂ ਤੋਂ ਪਰੇ ਜਾਂਦੀ ਜਾਪਦੀ ਹੈ। ਸੋ ਇਸ ਕਰਕੇ NIA ਨੂੰ ਪੜਤਾਲ ਦਿੱਤੀ ਗਈ ਆ ਤਾਂ ਕਿ ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਹੋ ਸਕੇ। ਸੋ ਇਹ ਹੁਣ ਅਗਲੀ ਕਹਾਣੀ ਹੈ। ਇਸ ਕਹਾਣੀ ਦੇ ਵਿੱਚੋਂ ਅੱਗੇ ਅੰਤ ਕੀ ਨਿਕਲਦਾ ਉਹਦਾ ਇੰਤਜ਼ਾਰ ਕਰਨਾ ਪਊ। ਪਰ ਇਹ ਗੱਲ ਇਮੈਜਿਨ ਕੀਤੀ ਜਾ ਸਕਦੀ ਹੈ, ਸੋਚੀ ਜਾ ਸਕਦੀ ਹੈ, ਕਲਪਨਾ ਕੀਤੀ ਜਾ ਸਕਦੀ ਹੈ ਇਸ ਦੀ ਕਿ ਜੇ ਮੰਨ ਲਓ NIA ਆਪਣੀ ਪੜਤਾਲ 'ਚ ਇਹ ਕਹਿ ਦੇ ਕਿ ਪੰਜਾਬ ਪੁਲਿਸ ਨੇ ਜੋ ਦਾਅਵਾ ਕੀਤਾ ਸੀਗਾ ਕਿ ਅਸੀਂ ਸਾਰੇ ਹੀ ਮੁਕੱਦਮੇ ਜਿਹੜੇ ਕਿ ਇੱਕ ਫਿਰਕਾ ਵਿਸ਼ੇਸ਼ ਦੇ ਆਗੂਆਂ ਦੇ ਕਤਲ ਨਾਲ ਜੁੜੇ ਆ ਉਹ ਟਰੇਸ ਕਰ ਲਏ ਆ, ਤੇ ਜੇ NIA ਕਹਿ ਦੇ ਕਿ ਰਵਿੰਦਰ ਗੋਸਾਈ ਵਾਲਾ ਮਸਲਾ ਜਿਹੜਾ ਉਹ ਅਸਲ ਦੇ ਵਿੱਚ ਅਨਟਰੇਸ ਹੀ ਆ, ਬੰਦੇ ਜਿਹੜੇ ਇਹਨਾਂ ਨੇ ਗਲਤ ਫੜ ਲਏ ਆ, ਤੇ ਫਿਰ ਉਸ ਸੂਰਤ ਦੇ ਵਿੱਚ ਪੰਜਾਬ ਪੁਲਿਸ ਕੋਲ ਕਿਹੜੀ ਕੰਧ ਹੋਊ ਜਿਸ ਕੰਧ ਤੇ ਉਹ ਲੈ ਜਾ ਕੇ ਮੂੰਹ ਲਗਾ ਲੈਣਗੇ। ਸੋ ਇਹ ਅਖਬਾਰ ਦੀ ਕਹਾਣੀ ਹੈ ਪਰ ਬਹੁਤ ਜ਼ਬਰਦਸਤ ਕਹਾਣੀ ਹੈ। ਬਹੁਤ ਵੱਡਾ ਖੁਲਾਸਾ ਉਹਨਾਂ ਨੇ ਅੱਜ ਕੀਤਾ ਖਬਰ 'ਚ। ਜੀ ਜੀ, ਅਗਲੀ ਆਪਾਂ ਗੱਲ ਕਰਦੇ ਹਾਂ। ਕੈਪਟਨ ਦੇ ਜ਼ਿਲ੍ਹੇ 'ਚ ਪਹਿਲਾਂ ਮਾਈਨਿੰਗ ਅਧਿਕਾਰੀ ਨੂੰ ਰੇਤ ਮਾਫੀਆ ਨੇ ਕੁੱਟਿਆ, ਫਿਰ ਰਹਿੰਦੀ ਖੁੰਦੀ ਕੋਸਰ ਪੁਲਿਸ ਨੇ ਕੱਢਤੀ। ਦੇਖੋ, ਇਹ ਜਦੋਂ ਕੰਪੇਨ ਦੇ ਵਿੱਚ ਸਨ, ਵੈਸੇ ਹਾਲੇ ਵੀ ਇਹਨਾਂ ਦੇ ਬਹੁਤੇ ਆਗੂ ਆ ਜਿਹੜੇ ਉਹ ਕੰਪੇਨ ਦੇ ਮੋੜ ਚੋਂ ਨਹੀਂ ਨਿਕਲੇ, ਉਹਨਾਂ ਦਾ ਗੇਅਰ ਕੰਪੇਨ ਵਾਲਾ ਹੀ, ਉਹ ਹਾਲੇ ਵੀ ਝੂਠ ਮਾਰ ਜਾਂਦੇ ਕਈ ਵਾਰੀ ਖੜੇ ਖੜੋਤੇ ਜੀ। ਤਾਂ ਇਹ ਵਾਰ-ਵਾਰ ਇੱਕੋ ਗੱਲ ਕਿਹਾ ਕਰਦੇ ਸੀ, ਫਲਾਣੇ ਰੇਤ ਖਾ ਗਏ, ਫਲਾਣੇ ਬਜਰੀ ਖਾ ਗਏ, ਫਲਾਣੇ ਆਹ ਖਾ ਗਏ, ਟਮਕਾਣੇ ਆਹ ਖਾ ਗਏ। ਹੁਣ ਉਹੀ ਚੀਜ਼ਾਂ ਜਿਹੜੀਆਂ ਦੇਖ ਲਓ ਕਿ ਵਾਰ-ਵਾਰ ਦੁਹਰਾਈਆਂ ਜਾਂਦੀਆਂ। ਮਾਫੀਆ ਤੇ ਉੱਥੇ ਹੀ ਆ ਅੱਜ, ਹਾਲੇ ਵੀ ਉੱਥੇ ਹੀ ਸਰਗਰਮ ਆ। ਹੁਣ ਇਸ ਕਹਾਣੀ ਨੂੰ ਇਹ ਕਹਾਣੀ ਪ੍ਰਮਾਣਿਤ ਕਰਦੀ ਹੈ, ਕੋਈ ਸਿਆਸੀ ਦੋਸ਼ ਨਹੀਂ ਲਾ ਰਿਹਾ, ਕੋਈ ਬੰਦਾ ਸੁਸਾਇਟੀ ਦੇ ਵਿੱਚ ਉੱਠ ਕੇ ਗੌਰਮੈਂਟ ਨੂੰ ਨਿੰਦ ਨਹੀਂ ਰਿਹਾ। ਇਹ ਕਹਾਣੀ ਕੌਣ ਬਿਆਨ ਕਰਦਾ ਪਿਆ? ਇੱਕ ਮਾਈਨਿੰਗ ਵਿਭਾਗ ਦਾ ਅਧਿਕਾਰੀ। ਉਸ ਅਧਿਕਾਰੀ ਦੇ ਨਾਲ ਵੈਸੇ ਹੋਈ ਜੱਗੋ ਤੇਰਵੀਂ ਆ। ਇਹਦਾ ਨਾਂ ਟਹਿਲ ਸਿੰਘ ਆ। ਟਹਿਲ ਸਿੰਘ ਟਹਿਲਦਾ ਇੱਕ ਦਿਨ ਰੇਡ ਤੇ ਚਲਾ ਗਿਆ, ਕਿਉਂਕਿ ਜਾਣਕਾਰੀ ਮਿਲੀ ਕਿ ਘੱਗਰ ਦਰਿਆ ਦੇ ਵਿੱਚੋਂ, ਘੱਗਰ ਨਦੀ ਦੇ ਵਿੱਚੋਂ, ਇਹ ਵੈਸੇ ਘੱਗਰ ਨਦੀ ਉਹੀ ਆ ਜਦੋਂ ਬਰਸਾਤਾਂ ਦੇ ਵਿੱਚ ਚੜ੍ਹਦੀ। ਉਹ ਤਾਂ ਕਿਸੇ ਸਮੇਂ ਹਿਸਟਰੀ 'ਚ ਦੱਸਿਆ ਜਾਂਦਾ ਕਿ ਬਹੁਤ ਵੱਡਾ ਦਰਿਆ ਸੀ, ਮੁਲਤਾਨ ਤੱਕ ਵਹਿੰਦਾ ਸੀ ਜਾ ਕੇ।
ਤਾਂ ਫਿਰ ਬਰਸਾਤੀ ਨਦੀ 'ਚ ਤਬਦੀਲ ਹੋ ਗਿਆ। ਹੁਣ ਇਹ ਬਰਸਾਤਾਂ 'ਚ ਹੀ ਚੜ੍ਹਦੀ ਹੈ, ਤੇ ਜਦੋਂ ਚੜ੍ਹਦੀ ਆ ਇੱਕ ਮਿੱਥ ਦੇ ਮੁਤਾਬਕ ਕੈਪਟਨ ਅਮਰਿੰਦਰ ਸਿੰਘ ਇੱਥੇ ਜਾ ਕੇ ਨੱਥ ਵੀ ਭੇਟ ਕਰਦਾ ਸੋਨੇ ਦੀ, ਤੇ ਉਹੀ ਨਦੀ ਆ। ਤੇ ਗਾਂ ਹੁੰਦੀ ਆ ਪਟਿਆਲੇ ਜ਼ਿਲ੍ਹੇ 'ਚ, ਹੁੰਦੀ ਹੁੰਦੀ ਗਾਂ ਹਰਿਆਣੇ ਇੱਧਰ ਨੂੰ ਨਿਕਲ ਜਾਂਦੀ ਆ। ਸੋ ਇਹ ਜਦੋਂ ਟਹਿਲ ਸਿੰਘ ਆਪਣੀ ਗੱਡੀ ਤੇ ਛਾਪਾ ਮਾਰਨ ਗਿਆ, ਛਾਪਾ ਕਾਹਦਾ ਮਾਰਨ ਗਿਆ, ਵਿਚਾਰਾ ਸਿਆਪਾ ਹੀ ਪਾ ਬੈਠਾ। ਇੱਕ ਟਿੱਪਰ ਵੇਖਿਆ ਇਹਨੇ, ਉਹ ਉੱਥੋਂ ਰੇਤ ਨਿਕਾਸੀ ਕਰਕੇ ਲਿਜਾ ਰਿਹਾ ਸੀਗਾ। ਇਹਨੇ ਜਦੋਂ ਰੋਕਣ ਦਾ ਯਤਨ ਕੀਤਾ, ਕਾਗਜ਼ ਪੱਤਰ ਪੁੱਛੇ, ਤੇ ਇਸੇ ਦਰਮਿਆਨ ਇੱਕ ਟਰੈਕਟਰ ਟਰਾਲੀ ਆ ਗਈ। ਟਰੈਕਟਰ ਟਰਾਲੀ ਦੇ ਧਿਆਨ 'ਚ ਲੱਗਾ, ਮਾੜਾ ਮੋਟਾ ਨਗੇਰ ਮਾਰਿਆ, ਟਿੱਪਰ ਵਾਲੇ ਨੂੰ ਭੱਜ ਤੁਰਿਆ। ਇਹਨੇ ਪਿੱਛਾ ਕੀਤਾ ਤੇ ਉਹਨਾਂ ਨੇ ਆਪਣੇ ਬੰਦੇ ਸੱਦ ਲਏ। ਦੱਸਦੇ ਆ ਕਿ ਟਹਿਲ ਸਿੰਘ ਨੂੰ ਕਾਫੀ ਕੁੱਟਿਆ ਮਾਰਿਆ। ਟਹਿਲ ਸਿੰਘ ਦਾ ਦੋਸ਼ ਤੇ ਇਹ ਵੀ ਆ ਕਿ ਮੇਰਾ ਪਿਸਤੌਲ ਖੋਹ ਕੇ ਟਿੱਪਰ ਦੇ ਟਾਇਰ ਦੇ ਵਿੱਚ ਗੋਲੀਆਂ ਮਾਰੀਆਂ ਗਈਆਂ, ਇਸ ਕਰਕੇ ਮਾਰੀਆਂ ਗਈਆਂ ਤਾਂ ਕਿ ਕੇਸ ਹੁਣ ਬਰੋਬਰ ਕੀਤਾ ਜਾ ਸਕੇ, ਕਿਉਂਕਿ ਉਹਨਾਂ ਨੇ ਮੇਰਾ ਨੱਕ ਮੂੰਹ ਤੇ ਪਹਿਲਾਂ ਹੀ ਛਿਲ ਦਿੱਤਾ ਸੀਗਾ। ਤੇ ਕਮਾਲ ਦੀ ਗੱਲ ਤੇ ਇਹ ਆ ਕਿ ਉਸ ਅਧਿਕਾਰੀ ਨੂੰ ਬਾਅਦ ਦੇ ਵਿੱਚ ਪੁਲਿਸ ਵਾਲਿਆਂ ਨੇ ਆਪਣੇ ਸਕੰਜੇ 'ਚ ਲੈ ਲਿਆ। ਹੁਣ ਪੁਲਿਸ ਵਾਲਿਆਂ ਨੇ ਉਹਨੂੰ ਕਿਉਂ ਫੜਿਆ, ਇਹ ਸਮਝ ਤੋਂ ਪਰੇ ਦੀ ਗੱਲ ਆ ਕਿ ਏਡੇ ਵੱਡੇ ਅਧਿਕਾਰੀ ਨੂੰ, ਕਿਉਂਕਿ ਉਹ ਮਾਈਨਿੰਗ ਅਫਸਰ ਸੀਗਾ, ਉਹਨੂੰ ਥਾਣੇ 'ਚ ਲੈ ਗਏ। ਦੱਸਦੀ ਤੇ ਇਹ ਆ ਕਿ ਥਾਣੇ ਦੇ ਵਿੱਚ ਵੀ ਜਾ ਕੇ ਇਹਦੇ ਨਾਲ ਸਲੂਕ ਜਿਹੜਾ ਪੁਲਿਸ ਨੇ ਕੀਤਾ, ਉਹ ਅਧਿਕਾਰੀ ਨਾਲ ਅਧਿਕਾਰੀ ਵਾਲਾ ਸਲੂਕ ਨਹੀਂ ਕੀਤਾ, ਬਲਕਿ ਇੱਕ ਅਧਿਕਾਰੀ ਜਿੱਦਾਂ ਇੱਕ ਮੁਲਜ਼ਮ ਦੇ ਨਾਲ ਵਤੀਰਾ ਕਰਦਾ, ਉਸ ਤਰ੍ਹਾਂ ਇਹਦੇ ਨਾਲ ਵਤੀਰਾ ਕੀਤਾ ਗਿਆ। ਇਹ ਹੁਣ ਅੱਜ ਸਾਰੇ ਜਣੇ ਇਕੱਠੇ ਹੋ ਕੇ ਮਾਇਨਿੰਗ ਵਾਲੇ, ਇਹ ਉੱਥੋਂ ਦਾ ਜਿਹੜਾ IG ਰੇਂਜ ਆ, ਉਹਦੇ ਕੋਲ ਵੀ ਗਏ ਆ। ਉਹ ਕਹਿੰਦੇ ਆ ਕਿ ਦੱਸੋ ਅਸੀਂ ਕੋਈ ਗੁਨਾਹ ਕਰਦੇ ਫਿਰਦੇ ਆ ਜੇ ਅਸੀਂ ਡਿਊਟੀ ਕਰਦੇ ਆ ਤੇ ਹੁਣ ਦੱਸੋ। ਔਰ ਇਹ ਕਮਾਲ ਦੀ ਗੱਲ ਹੈ ਕਿ ਪਟਿਆਲਾ ਜ਼ਿਲ੍ਹਾ ਮੁੱਖ ਮੰਤਰੀ ਦਾ ਜ਼ਿਲ੍ਹਾ, ਮੁੱਖ ਮੰਤਰੀ ਦੇ ਜ਼ਿਲ੍ਹੇ ਦੇ ਵਿੱਚ ਨਾ ਸਿਰਫ ਚੋਰੀ ਰੇਤ ਕੱਢ ਕੇ ਸ਼ਕਾ ਸ਼ਿਕਾਈ ਉਹਦੀ ਕੀਤੀ ਜਾ ਰਹੀ ਆ, ਬਲਕਿ ਸ਼ਕਾ ਸ਼ਿਕਾਈ ਰੋਕਣ ਵਾਲਿਆਂ ਦੀ ਪੀਟਾ ਪਟਾਈ ਵੀ ਕੀਤੀ ਜਾ ਰਹੀ ਆ। ਇਹ ਕੀ ਹੋਣ ਡਿਆ? ਅੱਜ ਤੋਂ 5 ਕੁ ਦਿਨ ਪਹਿਲਾਂ ਰੋਪੜ ਤੋਂ ਖਬਰ ਆਈ ਸੀਗੀ, ਉੱਥੇ ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਦੀ ਨੱਕ ਹੇਠ ਇਸ ਤਰ੍ਹਾਂ ਦੀ ਨਿਕਾਸੀ ਹੁੰਦੀ ਪਈ ਸੀ, ਜਿਹੜੀ 10 ਫੁੱਟ ਅਲਾਓ ਸੀਗੀ ਖੱਡ ਇੱਕ ਠੇਕੇਦਾਰ ਨੂੰ, ਉਹਨੇ 10 ਦੂਣਾ 20 ਤੋਂ ਵੀ 23 ਫੁੱਟ ਤੱਕ ਲੈ ਗਿਆ ਸੀ ਖੱਡ ਨੂੰ ਪੁੱਟਦਾ ਪੁੱਟਦਾ। ਔਰ ਆਮ ਆਦਮੀ ਪਾਰਟੀ ਦੇ ਇੱਕ ਆਗੂ ਨੇ ਜਦੋਂ ਸ਼ਿਕਾਇਤ ਕੀਤੀ, DC ਨੇ ਜਾ ਕੇ ਉੱਥੇ ਨਾਪਿਆ ਨਿਕਾਸੀ ਦਾ ਪੱਧਰ, ਉਹ ਜਿਹੜੀ ਅਲਾਟਮੈਂਟ ਸੀ ਖੱਡ ਦੀ, ਉਹ ਤੋਂ ਤੇ ਦੁੱਗਣੀ ਤੋਂ ਵੀ ਹੋਈ ਪਈ ਸੀ ਗਾਂ ਦੀ ਗਾਂ। ਔਰ ਇਹ ਉਹ ਰੇਤਾ ਵਾਲਾ ਜਿਹੜਾ ਮਾਮਲਾ ਹੈ, ਤੁਹਾਨੂੰ ਪਤਾ ਹੀ ਹੈ ਕਿ ਕਿਸ ਤਰ੍ਹਾਂ ਦਾ ਪਿਛਲੇ ਸਰਕਾਰ ਦੇ ਦੌਰਾਨ ਵਾਪਰਿਆ ਸੀਗਾ। ਤਾਂ ਇਸ ਮਾਹੌਲ ਦੇ ਵਿੱਚ ਵੀ ਮਾਮਲਾ ਉਸੇ ਤਰ੍ਹਾਂ ਦਾ ਹੀ ਗੜਬੜਿਆ, ਕਿਉਂਕਿ ਜਿਸ ਸਮੇਂ ਇਹ ਅਲਾਟਮੈਂਟ ਹੋਈ ਖੱਡਾਂ ਦੀ, ਉਹ ਤੋਂ ਠੀਕ 1 ਮਹੀਨੇ ਬਾਅਦ ਇੱਕ ਅਖਬਾਰ ਨੇ ਸਟਿੰਗ ਆਪਰੇਸ਼ਨ ਕੀਤਾ ਔਰ ਜਾ ਕੇ ਖੱਡਾਂ ਦਾ ਉਹਨਾਂ ਨੇ ਜਾਇਜ਼ਾ ਲਿਆ ਕਿ ਕੀ ਜਿਹੜੀਆਂ ਤੈਅ ਸੀਮਾ ਦੇ ਵਿੱਚ ਇਹ ਨਿਕਾਸੀਆਂ ਇਹਨਾਂ ਨੂੰ ਪ੍ਰਦਾਨ ਕੀਤੀਆਂ ਗਈਆਂ, ਉਸ ਸੀਮਾ ਦੇ ਵਿੱਚ ਹੀ ਨਿਕਾਸੀਆਂ ਹੁੰਦੀਆਂ ਪਈਆਂ। ਤਾਂ ਉਦੋਂ ਹੀ ਅਖਬਾਰ ਨੇ ਉਸਨੇ ਖੁਲਾਸਾ ਕਰ ਦਿੱਤਾ ਸੀਗਾ ਕਿ ਜਿਹੜੀ ਨਿਸ਼ਚਿਤ ਕੀਤੀ ਗਈ ਹੈ ਕਿ ਤੁਸੀਂ ਐਦੋਂ ਵੱਧ, ਕਿਉਂਕਿ ਤੁਸੀਂ ਪੇ ਇੰਨੀ ਥਾਂ ਦਾ ਕੀਤਾ ਵਾ, ਤਾਂ ਇਹ ਠੇਕਾ ਜਿਹੜਾ ਤੁਹਾਨੂੰ ਦਿੱਤਾ ਗਿਆ, ਐਦੋਂ ਵੱਧ ਤੁਸੀਂ ਖੁਦਾਈ ਨਹੀਂ ਕਰ ਸਕਦੇ। 1 ਮਹੀਨੇ ਬਾਅਦ ਹੀ ਅਖਬਾਰ ਨੇ ਦੱਸਿਆ ਸੀਗਾ ਕਿ ਤੈਅ ਸੀਮਾ ਤੋਂ ਤੇ ਉਹ ਅੱਗੇ ਚਲੇ ਵੀ ਗਏ ਆ। ਤਾਂ ਇਸ ਸੂਰਤ ਦੇ ਵਿੱਚ ਜਦੋਂ ਹੁਣ ਇਸ ਤਰ੍ਹਾਂ ਦੀਆਂ ਕਹਾਣੀਆਂ ਸਾਹਮਣੇ ਆਉਂਦੀਆਂ, ਤਾਂ ਇਹ ਦੂਜਿਆਂ ਨੂੰ ਨਿੰਦ ਨਹੀਂ ਸਕਦੇ ਕਿ ਉਹ ਰੇਤ ਖਾ ਗਏ, ਉਹ ਬਜਰੀ ਖਾ ਗਏ। ਹੌਲੀ 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 ਇਹਨਾਂ ਦਾ ਵੀ ਜਿਹੜਾ ਹਾਜ਼ਮਾ ਉਹ ਮਜ਼ਬੂਤ ਹੁੰਦਾ ਜਾਂਦਾ, ਕਿਉਂਕਿ ਇਸ ਤਰ੍ਹਾਂ ਦੇ ਜਿਹੜੇ ਮਾਫੀਏ ਆ ਉਹ ਸਿਆਸੀ ਸਰਪ੍ਰਸਤੀ ਤੋਂ ਬਿਨਾਂ ਨਹੀਂ ਚੱਲਦੇ। ਇਹਦਾ ਮਤਲਬ ਇਹ ਆ ਕਿ ਥੱਲੇ ਕੰਮ ਕਰਦੇ ਸਿਆਸੀ ਮਾਫੀਏ ਜਾਂ ਕਹਿ ਲਈਏ ਜਿਹੜੇ ਇਸ ਤਰ੍ਹਾਂ ਦੇ ਵੱਖ-ਵੱਖ ਤਰੀਕਿਆਂ ਦੇ ਮਾਫੀਏ ਆ, ਉਹ ਉਸੇ ਤਰ੍ਹਾਂ ਹੀ ਕੰਮ ਕਰਦੇ ਪਏ ਆ। ਉਹਨਾਂ ਦੇ ਸਿਰਾਂ ਤੇ ਜਿਹੜੀਆਂ ਛਤਰੀਆਂ, ਉਹਨਾਂ ਦੇ ਰੰਗ ਜ਼ਰੂਰ ਬਦਲ ਗਏ ਆ। ਜੀ ਜੀ। ਅਗਲੀ ਆਪਾਂ ਮਿੰਟੂ ਗੁਰਸਰ ਜੀ ਗੱਲ ਕਰਦੇ ਹਾਂ ਵੀ ਦਿਆਲ ਸਿੰਘ ਮਜੀਠੀਆ ਕਾਲਜ ਦੇ ਨਾਮ ਬਦਲਣ ਦੇ ਉੱਤੇ ਵਿਵਾਦ ਜਾਰੀ। ਦੇਖੋ, ਇਹ ਨਾਮ ਬਦਲਣ ਵਾਲਾ ਸਿਲਸਿਲਾ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ਐਸਾ ਚੱਲਿਆ ਕਿ ਇਹ ਮੈਨੂੰ ਲੱਗਦਾ ਕਿ 50 ਸਾਲਾਂ ਦੇ ਵਿੱਚ ਜਦੋਂ ਇਹ ਆਪਣਾ ਇਹ ਟਰਮ ਪੂਰਾ ਕਰਨਗੇ, ਉਦੋਂ ਤੱਕ ਬਹੁਤ ਸਾਰੇ ਸ਼ਹਿਰ, ਬਹੁਤ ਸਾਰੇ ਇੰਸਟੀਚਿਊਟਸ ਦਾ ਨਾਂ ਜਿਹੜਾ ਉਹ ਬਦਲ ਚੁੱਕੇ ਹੋਣਗੇ। ਫਲਾਣਾ ਜੀ ਗੁੜਗਾਉਂ ਇਹਨੂੰ ਕਰਕੇ ਗੁਰੂਗ੍ਰਾਮ, ਮੁਗਲ ਸਰਾਏ ਦਾ ਉਹਦਾ ਆਹ ਰੱਖ ਦਿਓ ਜੀ, ਫਲਾਣੇ ਦਾ ਆਹ ਰੱਖ ਦਿਓ। ਜਿਹੜਾ ਵੀ ਨਾਂ ਇਹਨਾਂ ਨੂੰ ਥੋੜਾ ਜਿਹਾ ਚੁੱਭਦਾ, ਉਹਨੂੰ ਚੱਕ ਕੇ ਤੇ ਇਹ ਰਾਸ਼ਟਰਵਾਦ ਕੂਚੀ ਫੇਰ ਕੇ ਕਾਲਾ ਕਰ ਦਿੰਦੇ ਆ ਜੀ।
ਹੁਣ ਦਿਆਲ ਸਿੰਘ ਮਜੀਠੀਆ ਕੌਣ ਸੀ? ਪਹਿਲਾਂ ਤੇ ਕਾਫੀ ਇਸ ਮਾਮਲੇ 'ਚ ਦੁਬਿਧਾ ਪੈਦਾ ਹੋ ਜਾਂਦੀ ਹੈ ਕਿ ਦਿਆਲ ਸਿੰਘ ਮਜੀਠੀਆ ਕੌਣ ਸੀਗਾ, ਕਦ ਤੋਂ ਇਹਦੇ ਨਾਂ ਤੇ ਇੰਨਾ ਜ਼ਿਆਦਾ ਹਾ ਹੱਲਾ ਮਚਿਆ, ਹਾਏ ਤੌਬਾ ਹੋਣ ਡਈ ਆ। ਅਸਲ ਦੇ ਵਿੱਚ ਜਿਹੜਾ ਤੁਸੀਂ ਪੰਜਾਬੀ ਟ੍ਰਿਬਿਊਨ ਅਖਬਾਰ ਪੜ੍ਹਦੇ ਹੋ ਜਾਂ ਦੈਨਿਕ ਟ੍ਰਿਬਿਊਨ ਪੜ੍ਹਦੇ ਹੋ ਜਾਂ ਇੰਗਲਿਸ਼ ਟ੍ਰਿਬਿਊਨ ਪੜ੍ਹਦੇ ਹੋ, ਇਸ ਟਰਸਟ ਨੂੰ ਹੋਂਦ 'ਚ ਲਿਆਂਦਾ ਸੀ ਦਿਆਲ ਸਿੰਘ ਮਜੀਠੀਆ ਨੇ, ਯਾਨੀ ਫਾਊਂਡਰ ਸਨ। ਔਰ ਪੰਜਾਬ ਨੈਸ਼ਨਲ ਬੈਂਕ ਦਾ ਵੀ ਮੁੱਢ ਬੰਨਣ ਵਾਲੇ ਮਜੀਠੀਆ ਸਾਹਿਬ ਵੀ ਸਨ। ਤੀਜਾ, ਇਹਨਾਂ ਨੇ ਇੱਕ ਸਿੱਖਿਆ ਸੰਸਥਾਨ ਦਾ ਵੀ ਨੀਂਹ ਪੱਥਰ ਰੱਖਿਆ ਸੀਗਾ, ਜਿਹਦਾ ਹੀ ਅੱਗੇ ਜਾ ਕੇ ਇਹ ਕਹਿ ਸਕਦੇ ਇੱਕ ਥੰਮ ਹੈ ਦਿਆਲ ਸਿੰਘ ਮਜੀਠੀਆ ਕਾਲਜ ਦਿੱਲੀ। ਆਜ਼ਾਦੀ ਤੋਂ ਬਾਅਦ ਇਹ ਕਾਲਜ ਸੀਗਾ ਜਿਹੜਾ ਕੁਛ ਸਮੇਂ ਲਈ ਕਰਨਾਲ ਚਲੇ ਗਿਆ। ਉਸ ਤੋਂ ਬਾਅਦ 1979 ਚ ਦਿੱਲੀ ਯੂਨੀਵਰਸਿਟੀ ਦਾ ਕਾਂਸਟੀਚਿਊਟ ਕਾਲਜ ਬਣ ਗਿਆ ਔਰ 1978 ਦੇ ਵਿੱਚ ਹੀ ਕਾਲਜ ਨੂੰ ਯੂਨੀਵਰਸਿਟੀ ਨੇ ਆਪਣੇ ਸਿੱਧੇ ਪ੍ਰਬੰਧ 'ਚ ਲੈ ਲਿਆ ਸੀਗਾ। ਪਰ ਇਸ ਸਮੇਂ ਇਸ ਕਾਲਜ ਦੇ ਵਿੱਚ ਯੂਨੀਵਰਸਿਟੀ ਵੱਲੋਂ ਗਵਰਨਿੰਗ ਕਾਉਂਸਲ ਦਾ ਇੱਕ ਚੇਅਰਮੈਨ ਬਿਠਾਇਆ ਗਿਆ ਜੋ ਇਹਦਾ ਕੰਮ ਕਰ ਦੇਖਦਾ। ਹੁਣ ਇੱਥੇ ਰੌਲਾ ਇਹ ਪੈ ਗਿਆ ਕਿ ਇਸ ਕਾਲਜ ਦਾ ਨਾਂ ਬਦਲ ਕੇ ਇਹਨਾਂ ਨੇ ਦਿਆਲ ਸਿੰਘ ਮਜੀਠੀਆ ਕਾਲਜ ਤੋਂ ਵੰਦੇ ਮਾਤਰਮ ਮਹਾਵਿਦਿਆਲਿਆ ਕਰ ਦਿੱਤਾ। ਰੌਲਾ ਪੈ ਗਿਆ। ਸਭ ਤੋਂ ਪਹਿਲਾਂ ਰੌਲਾ ਮਨਜਿੰਦਰ ਸਿੰਘ ਸਿਰਸਾ ਨੇ ਪਾਇਆ। ਹੁਣ ਮਨਜਿੰਦਰ ਸਿੰਘ ਸਿਰਸਾ ਪ੍ਰਦੂਸ਼ਣ ਦੇ ਮਾਮਲੇ ਤੇ ਜਾ ਕੇ ਤਾਂ ਗਾਂਧੀ ਨੂੰ ਵੀ ਮਾਸਕ ਪਹਿਨਾ ਆਉਂਦਾ, ਜਦਕਿ ਇਸ ਮੁੱਦੇ ਤੇ ਸਿਰਫ ਹਾਲੇ ਤੱਕ ਬਿਆਨਬਾਜ਼ੀ ਕੀਤੀ ਆ ਜਾ ਕੇ ਇਹੋ ਜਿਹੇ ਲੀਡਰ ਜਿਹੜੇ ਕਿ ਇਹਦੇ ਨਾਲ ਅਸੈਂਬਲੀ 'ਚ ਵੀ ਬਹਿੰਦੇ ਆ, ਉਹਨਾਂ ਨੂੰ ਨਾਲ ਲੈ ਕੇ ਇਹ ਉੱਥੇ ਨਹੀਂ ਗਿਆ ਕੇਂਦਰ ਤੱਕ, ਕਿਉਂਕਿ ਇਹ ਕੰਮ ਸਾਰਾ ਜਿਹੜਾ ਉਹ ਕੇਂਦਰ ਦੀ HRD ਮਿਨਿਸਟਰੀ ਦੇ ਹੇਠ ਆਉਂਦਾ। ਇਹਨੇ ਹਾਲੇ ਤੱਕ ਮੁਲਾਕਾਤ ਨਹੀਂ ਕੀਤੀ। ਹਾਂ, ਬਿਆਨ ਜ਼ਰੂਰ ਛਾਪੀ ਜਾਂਦੇ ਆ, ਜਦਕਿ ਇਹ ਉਹ ਸ਼ਖਸ ਆ ਮਨਜਿੰਦਰ ਸਿੰਘ ਸਿਰਸਾ ਜਿਹੜਾ ਅਸੈਂਬਲੀ 'ਚ ਬਹਿੰਦਾ ਤੇ ਮਾਨ ਨਾਲ ਕਹਿੰਦਾ ਕਿ ਭਾਰਤੀ ਜਨਤਾ ਪਾਰਟੀ ਵਾਲੇ ਅਸੀਂ, ਤੇ ਜਦੋਂ ਬਾਹਰ ਨਿਕਲਦਾ ਅਸੈਂਬਲੀ ਤੋਂ ਉਦੋਂ ਕਹਿੰਦਾ ਕਿ ਸਾਨੂੰ ਅਕਾਲੀ ਹੋਣ ਤੇ ਮਾਣ ਆ। ਹੁਣ ਦੋਵੇਂ ਪਾਸੇ ਜਿਹੜਾ ਲੀਡਰ ਜਿਹੜੀ ਇੰਨੀ ਗੂੜੀ ਰਿਸ਼ਤੇਦਾਰੀ ਰੱਖਦਾ, ਇੰਨੀ ਗੂੜੀ ਸਾਂਝ ਰੱਖਦਾ, ਉਹਨੂੰ ਦੋਵਾਂ ਪਾਰਟੀਆਂ ਦੇ ਨਾਲ ਲੈ ਕੇ ਸਾਥੀ ਜਾਣਾ ਚਾਹੀਦਾ ਦਿੱਲੀ 'ਚ ਬੈਠਾ। ਦੂਜੇ ਪਾਸੇ ਇੱਥੋਂ ਦੀ ਜਿਹੜੀ ਸਾਡੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਉਹਦਾ ਪ੍ਰਧਾਨ ਵੀ ਇਸ ਮਾਮਲੇ ਤੇ ਕਾਫੀ ਤਲਖ ਆ। ਉਹ ਕਹਿੰਦਾ ਕਿ ਇਸ ਤਰ੍ਹਾਂ ਜਿਹੜੇ ਸਿੱਖ ਵਿਦਵਾਨਾਂ ਦੇ ਨਾਮ ਇਹੋ ਜਿਹੇ ਸੰਸਥਾਨਾਂ ਦੇ ਨਾਮ ਤੇ ਰੱਖੇ ਗਏ ਆ, ਉਹ ਨਹੀਂ ਬਦਲਣੇ ਚਾਹੀਦੇ, ਨਹੀਂ ਉਹਨਾਂ ਦੀ ਬਦਲੀ ਹੋਣੀ ਚਾਹੀਦੀ। ਪਰ ਦੂਜੇ ਪਾਸਿਓਂ ਜੋ ਤਰਕ ਆਉਂਦਾ ਪਿਆ ਉਹ ਤਰਕ ਵੀ ਅਜੀਬੋ ਗਰੀਬ ਆ। ਉਹ ਕਹਿੰਦੇ ਜੀ ਇੱਕ ਤੇ ਇਹ ਈਵਨਿੰਗ ਕਾਲਜ ਆ, ਈਵਨਿੰਗ ਨੂੰ ਕਲਾਸਾਂ ਲੱਗਦੀਆਂ, ਇਸ ਤਰ੍ਹਾਂ ਲੱਗਦਾ ਜਿਸ ਤਰ੍ਹਾਂ ਇਹ ਜਿਹੜੇ ਵਿਦਿਆਰਥੀ ਹੋਣ ਉਹ ਇਸ ਦੇਸ਼ ਦੇ ਦੂਜੇ ਦਰਜੇ ਦੇ ਸ਼ਹਿਰੀ ਹੋਣ, ਇਸ ਕਰਕੇ ਇਹ ਈਵਨਿੰਗ ਕਲਾਸਾਂ ਦਾ ਜਿਹੜਾ ਕਨਸੈਪਟ ਆ ਉਹ ਖਤਮ ਕੀਤਾ ਜਾ ਰਿਹਾ। ਔਰ ਦੂਜਾ ਉਹ ਇਹ ਕਹਿੰਦੇ ਆ ਕਿ ਦੇਖੋ ਜੀ ਜਿਹੜਾ ਵੰਦੇ ਮਾਤਰਮ ਸ਼ਬਦ ਹੈ ਇਹਦੇ ਨਾਲ ਰਾਸ਼ਟਰਵਾਦੀ ਦੀ ਡੋਜ਼ ਮਿਲ ਜਾਂਦੀ ਹੈ ਬੰਦੇ ਨੂੰ, ਰਾਸ਼ਟਰਵਾਦੀ। ਸੋ ਇਸ ਕਰਕੇ ਵੰਦੇ ਮਾਤਰਮ ਨਾਂ ਰੱਖਣ ਨਾਲ ਰਾਸ਼ਟਰਵਾਦ ਦੀ ਭਾਵਨਾ ਜਗਦੀ ਹੈ। ਸੋ ਅਸੀਂ ਇਸ ਕਰਕੇ ਨਾਮ ਰੱਖ ਦਿੱਤਾ। ਤੇ ਜੇ ਰਾਸ਼ਟਰਵਾਦ ਦੀ ਭਾਵਨਾ ਨਾਵਾਂ ਕਰਕੇ ਰੱਖੀ ਜਾਂਦੀ ਹੈ ਤਾਂ ਮੇਰੇ ਖਿਆਲ ਦੇ ਨਾਲ ਭਾਰਤੀ ਜਨਤਾ ਪਾਰਟੀ ਵਾਲਿਆਂ ਨੂੰ ਸਭ ਤੋਂ ਪਹਿਲਾਂ ਤੇ ਆਪਣੇ ਬੱਚਿਆਂ ਦੇ ਨਾਂ ਇਹੋ ਜਿਹੇ ਰੱਖਣੇ ਚਾਹੀਦੇ ਆ, ਵੰਦੇ ਮਾਤਰਮ ਜਾਂ ਇਸ ਤਰ੍ਹਾਂ ਜੋ ਵੀ ਨਿਕਲਦੇ ਆ ਨਾ ਰਾਸ਼ਟਰਵਾਦ ਜਿਨ੍ਹਾਂ ਨਾਲ ਮਿਲਦਾ ਉਹ ਰੱਖਣੇ ਚਾਹੀਦੇ, ਤਾਂ ਕਿ ਜਦੋਂ ਕੋਈ ਦੂਸਰਾ ਵੀ ਨਾਂ ਲਵੇ, ਉਹਨਾਂ ਦਾ ਟੀਚਰ ਲਵੇ ਜਾਂ ਉਹਨਾਂ ਦਾ ਸਹਿਪਾਠੀ ਲਵੇ, ਉਹਨਾਂ ਦਾ ਦੋਸਤ ਲਵੇ, ਉਹਦੇ ਅੰਦਰ ਵੀ ਰਾਸ਼ਟਰਵਾਦਤਾ ਦੀ ਡੋਜ਼ ਚਲੀ ਜਾਵੇ। ਫਿਰ ਸਾਰੇ ਜੋ ਟਰੈਕਟਰ ਟਰਾਲੀਆਂ ਜਾਂ ਜੋ ਹੋਰ ਇਸ ਤਰ੍ਹਾਂ ਦੇ ਉਪਕਰਨ ਅਸੀਂ ਰੋਜ਼ਾਨਾ ਵਰਤਦੇ ਹਾਂ ਦੇਖਦੇ ਹਾਂ, ਉਹਨਾਂ ਦੇ ਨਾਂ ਵੀ ਇਹਨਾਂ ਦੇ ਨਾਮ ਤੇ ਰੱਖ ਲੈਣੇ ਚਾਹੀਦੇ ਆ ਜੇ ਰਾਸ਼ਟਰਵਾਦਤਾ ਇਸ ਤਰ੍ਹਾਂ ਆਉਂਦੀ ਹੈ ਨਾਂ ਰੱਖਣ ਦੇ ਨਾਲ। ਦੂਜੀ ਚੀਜ਼ ਇਹ ਆ ਕਿ ਦੇਖੋ ਇਹੀ ਕਾਲਜ ਪਾਕਿਸਤਾਨ ਦੇ ਵਿੱਚ ਵੀ ਚੱਲਦਾ ਪਿਆ ਮੌਜੂਦਾ ਸਮੇਂ 'ਚ ਵੀ, ਉਹਨਾਂ ਨੇ ਨਾਂ ਨਹੀਂ ਬਦਲਿਆ। ਇਹਨਾਂ ਨੂੰ ਮਾੜੀ ਮੋਟੀ ਉਹਨਾਂ ਤੋਂ ਹੀ ਸ਼ਰਮ ਲੈ ਲੈਣੀ ਚਾਹੀਦੀ ਆ, ਉਹਨਾਂ ਤੋਂ ਥੋੜ੍ਹੀ ਜਿਹੀ ਸਿੱਖਿਆ ਲੈ ਲੈਣੀ ਚਾਹੀਦੀ ਆ। ਪਰ ਇਸ ਮਸਲੇ ਦੇ ਵਿੱਚ ਗੁੰਝਲ ਹੁਣ ਇੱਕ ਹੋਰ ਪੈ ਗਈ ਆ, ਕਿਉਂਕਿ ਤੁਹਾਨੂੰ ਪਤਾ ਹੀ ਆ ਕਿ ਦਿੱਲੀ ਦੇ ਜਿੰਨੇ ਵੀ ਕੈਂਪਸ ਆ ਉਹਨਾਂ ਦੇ ਵਿੱਚ ਵਿਦਿਆਰਥੀ ਰਾਜਨੀਤੀ ਵੀ ਨਾਲੋਂ ਨਾਲ ਚੱਲਦੀ ਹੈ। ਹੁਣ ਜਿਹੜੀ ਉੱਥੋਂ ਦੀ ਵਿਦਿਆਰਥੀ ਰਾਜਨੀਤੀ ਹੈ, ਜਦੋਂ ਬਾਹਰੀ ਰਾਜਨੀਤੀ ਨਾਮ ਤੇ ਉਲਝੀ ਜਾਂਦੀ ਆ, ਉਹ ਵਿਦਿਆਰਥੀ ਰਾਜਨੀਤੀ ਵੀ ਮੈਦਾਨ 'ਚ ਆ ਗਈ ਆ। ਔਰ ਜਿਹੜੇ ਸੰਘ ਦੇ ਵਿਦਿਆਰਥੀ ਹੈ, ਤੁਹਾਨੂੰ ਪਤਾ ਹੀ ਹੈ ਜਿਹੜੇ ਆ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ ਵਾਲੇ ABVP ਵਾਲੇ, ਉਹ ਮੈਦਾਨ 'ਚ ਆ ਗਏ। ਉਹ ਕਹਿੰਦੇ ਆ ਜੀ ਕਿ ਵੰਦੇ ਮਾਤਰਮ ਨਾਂ ਜਿਹੜਾ ਉਹ ਸਾਨੂੰ ਚਾਹੀਦਾ।
ਹੁਣ ਦੂਜੇ ਪਾਸੇ ਚਾਹੇ ਉਹ ਕਾਂਗਰਸ ਦਾ ਵਿਦਿਆਰਥੀ ਵਿੰਗ ਆ, ਚਾਹੇ ਖੱਬੇ ਪੱਖੀਆਂ ਦਾ ਵਿਦਿਆਰਥੀ ਵਿੰਗ ਆ, ਉਹ ਆਪਣੇ ਪੱਧਰ ਤੇ ਕੋਸ਼ਿਸ਼ ਤੇ ਕਰਦਾ ਪਿਆ, ਪਰ ਜੋ ਇੱਕ ਸਾਮੀ ਧਿਰ ਹੋਣੀ ਚਾਹੀਦੀ ਆ ਉਹ ਕਿਤੇ ਨਾ ਕਿਤੇ ਮਾਤ ਖਾਂਦੀ ਹੈ, ਕਿਉਂਕਿ ਪੰਗਾ ਇੱਥੇ ਜਾ ਕੇ ਰਾਸ਼ਟਰਵਾਦ ਦਾ ਤਾਂ ਪੈ ਜਾਂਦਾ। ਪਰ ਇਸ ਮਸਲੇ ਦਾ ਹੱਲ HRD ਮਿਨਿਸਟਰੀ ਕਰ ਸਕਦੀ ਆ, ਪਰ ਹਾਲੇ ਤੱਕ ਕਿਸੇ ਨੇ ਵੀ ਜਾ ਕੇ HRD ਮਿਨਿਸਟਰੀ ਤੱਕ ਪਹੁੰਚ ਨਹੀਂ ਕੀਤੀ। ਮਜੀਠੀਆ ਸਾਹਿਬ ਨੂੰ ਚਾਹੀਦਾ ਕਿ ਉਹ ਆਪਣਾ ਦਲ ਬਲ ਲੈ ਕੇ ਇੱਕ ਵਾਰੀ ਉੱਥੇ ਜਾ ਕੇ ਕਹਿਣ, ਪਰ ਜੋ ਉਹ ਕਰਦੇ ਪਏ ਆ ਉਹ ਗਲਤ ਕਰ ਰਹੇ ਆ, ਪਰ ਉਹਨਾਂ ਦਾ ਕੰਮ ਹੀ ਗਲਤ ਕਰਨਾ, ਸਹੀ ਕੰਮ ਉਹ ਅੱਜ ਕੱਲ੍ਹ ਬਹੁਤ ਘੱਟ ਕਰਦੇ ਆ। ਜੀ ਜੀ। ਅਗਲੀ ਆਪਾਂ ਮਿੰਟੂ ਜੀ ਗੱਲ ਕਰਦੇ ਹਾਂ ਵੀ ਡੇਰਾ ਮੁਖੀ ਦੇ ਬਹੁਤ ਹੀ ਨਜ਼ਦੀਕੀ ਪਵਨ ਇੰਸਾ ਗ੍ਰਿਫਤਾਰ ਹੋ ਗਿਆ। ਦੇਖੋ, ਪਵਨ ਇੰਸਾ ਨੂੰ ਅੱਜ ਇਹਨਾਂ ਨੇ ਲਾਲੜੂ ਦੇ ਲਾਗਿਓਂ ਫੜਿਆ, ਦੱਸਿਆ ਕਿ ਅਸੀਂ ਇਹਨੂੰ ਪੰਜਾਬ ਦੇ ਲਾਲੜੂ ਸ਼ਹਿਰ ਦੇ ਵਿੱਚੋਂ ਫੜਿਆ। ਲਾਲੜੂ ਜੀਰਕਪੁਰ ਦੇ ਨਾਲ ਹੀ ਸ਼ਹਿਰ ਆ, ਤੁਹਾਨੂੰ ਪਤਾ, ਛੋਟਾ ਜਿਹਾ ਸ਼ਹਿਰ ਆ। ਇਹ ਪਵਨ ਇੰਸਾ ਇਹਦਾ ਬਹੁਤ ਨੇੜਲਾ ਬੰਦਾ ਸੀਗਾ। ਪਵਨ ਇੰਸਾ ਔਰ ਆਦਿਤਿਆ ਇੰਸਾ, ਇਹ ਦੋ ਸ਼ਖਸਾਂ ਨੂੰ ਜ਼ਿੰਮੇਵਾਰ ਠਹਿਰਾਇਆ ਜਾਂਦਾ ਕਿ ਜਿਹੜੀ ਪੰਚਕੂਲਾ ਦੇ ਵਿੱਚ ਭੀੜ ਨੇ ਹਿੰਸਾ ਕੀਤੀ, ਉਸ ਹਿੰਸਾ ਨੂੰ ਉਕਸਾਉਣ ਵਾਲੇ ਇਹ ਦੋ ਲੋਕ ਸੀਗੇ। ਇਹਨਾਂ ਨੇ ਅਗਵਾਈ ਕੀਤੀ, ਔਰ ਜਿਹੜਾ 5 ਕਰੋੜ ਰੁਪਈਆ ਦੱਸਿਆ ਜਾਂਦਾ ਕਿ ਗੁੜਗਾਵਾਂ ਦੇ ਵਿੱਚ ਪਹੁੰਚਾਇਆ ਗਿਆ, ਉਹ ਪੈਸਾ ਵੀ ਇਹਨਾਂ ਦੇ ਹੱਥਾਂ ਚੋਂ ਗਿਆ। ਹੁਣ ਇਹ ਪਤਾ ਨਹੀਂ, ਮੈਂ ਗੁੜਗਾਉਂ ਕਹਿੰਦਾ, ਮਾਫੀ ਚਾਹੁੰਦਾ, ਪੰਚਕੂਲਾ ਚ ਉਹ 5 ਕਰੋੜ ਰੁਪਈਆ ਪਹੁੰਚਾਇਆ ਗਿਆ ਸੀਗਾ। ਸੋ ਇਹ ਹੁਣ ਪਤਾ ਨੀ ਗਾ ਕਿ ਇਸ ਗ੍ਰਿਫਤਾਰੀ ਤੋਂ ਬਾਅਦ ਉਹ 5 ਕਰੋੜ ਵਾਲਾ ਪੇਜ ਖੁੱਲੂਗਾ ਕਿ ਨਹੀਂ ਖੁੱਲੂਗਾ, ਪਤਾ ਲੱਗੂਗਾ ਕਿ ਨਹੀਂ ਲੱਗੂਗਾ, ਕਿਉਂਕਿ ਸਾਰੇ ਇਹ ਗੱਲ ਕਹੀ ਜਾਂਦੇ ਕਿ 5 ਕਰੋੜ ਆਇਆ। ਪੁਲਿਸ ਵਾਲੇ ਵੀ ਕਹੀ ਜਾਂਦੇ ਆ, ਜਾਂਚ ਪੜਤਾਲ ਵਾਲੇ ਵੀ ਕਹੀ ਜਾਂਦੇ, SIT ਵਾਲੇ ਵੀ ਕਹੀ ਜਾਂਦੇ ਆ, ਪਰ ਹਨੀਪ੍ਰੀਤ ਜਿਹਦੇ ਤੇ ਦੋਸ਼ ਲੱਗਦਾ ਕਿ ਇਸ ਪਲੈਨਿੰਗ ਦੇ ਵਿੱਚ ਮੋਹਰੀ ਬੰਦਿਆਂ ਚੋਂ ਇੱਕ ਹਨੀਪ੍ਰੀਤ ਵੀ ਸੀਗੀ, ਤਾਂ ਉਸ ਹਨੀਪ੍ਰੀਤ ਦੀ ਗ੍ਰਿਫਤਾਰੀ ਤੋਂ ਬਾਅਦ ਪੁਲਿਸ ਇਹ ਨਹੀਂ ਖੁੱਲ ਕੇ ਦੱਸ ਸਕੀ ਕਿ ਕੀ ਹਨੀਪ੍ਰੀਤ ਨੇ ਇਸ ਗੱਲ ਨੂੰ ਪ੍ਰਮਾਣਿਤ ਕੀਤਾ, ਕਿ ਹਨੀਪ੍ਰੀਤ ਨੇ ਇਸ ਗੱਲ ਨੂੰ ਕਬੂਲ ਕੀਤਾ ਕਿ 5 ਕਰੋੜ ਰੁਪਇਆ ਗਿਆ। ਹੁਣ ਇਹ ਜਿਹੜਾ ਬੰਦਾ ਫੜਿਆ ਗਿਆ ਪਵਨ ਇੰਸਾ, ਹੁਣ ਸਾਰੀ ਸੂਈ ਇਹਦੇ ਤੇ ਆ ਕੇ ਅਟਕ ਗਈ ਹੈ ਕਿ ਕੀ ਜਿਹੜੀਆਂ ਗੱਲਾਂ ਪੁਲਿਸ ਕਹਿੰਦੀ ਰਹੀ ਹੈ, SIT ਕਹਿੰਦੀ ਰਹੀ ਹੈ, ਜਾਂ ਲੋਕ ਦੱਸਦੇ ਰਹੇ ਆ ਕਿ ਪਵਨ ਇੰਸਾ ਉਹਨਾਂ ਗੱਲਾਂ ਤੇ ਮੋਹਰ ਲਾਊਗਾ, ਕੋਈ ਨਾ ਕੋਈ ਗੱਲ ਕਬੂਲ ਕਰੂਗਾ। ਹੁਣ ਦੇਖਦੇ ਆ ਕੀ ਬਣਦਾ। ਪਰ ਇਹਦੇ ਤੋਂ ਵੀ ਇੱਕ ਅਗਲੀ ਮਹੱਤਵਪੂਰਨ ਖਬਰ ਦੇਰੇ ਨਾਲ ਜਿਹੜੀ ਜੁੜੀ ਆ ਰਹੀ ਹੈ, ਉਹ ਇਹ ਆ ਕਿ ਕੱਲ ਇੱਕ ਚਰਚਾ ਚੱਲਿਆ ਇੱਥੇ ਜੀ। ਚਰਚਾ ਇਹ ਆ ਕਿ 2-3 ਦਿਨ ਪਹਿਲਾਂ ਜਿਹੜੇ ਤੁਹਾਨੂੰ ਪਤਾ ਹੀ ਅਦਾਲਤ ਵੱਲੋਂ ਕਮਿਸ਼ਨਰ ਨਿਯੁਕਤ ਕੀਤੇ ਗਏ ਸਨ ਕਿ ਤਲਾਸ਼ੀ ਮੁਹਿੰਮ ਦੀ ਨਿਗਰਾਨੀ ਕਰਨਗੇ, ਪਵਾਰ ਸਾਹਿਬ, ਉਹਨਾਂ ਨੇ ਆਪਣੀ ਰਿਪੋਰਟ ਜਿਹੜੀ ਹੈ ਉਹ ਉੱਥੇ ਹਾਈ ਕੋਰਟ ਸੌਂਪੀ ਹੈ। ਔਰ ਉਸ ਰਿਪੋਰਟ ਦੇ ਵਿੱਚ ਇੱਕ ਬੜਾ ਜ਼ਬਰਦਸਤ ਖੁਲਾਸਾ ਹੋਇਆ ਕਿ ਜਿਹੜੀ OB ਵੈਨ ਫੜੀ ਗਈ ਸੀ, ਜਿਹਦੇ ਬਾਰੇ ਆਮ ਤੌਰ ਤੇ ਲੋਕ ਕਹਿੰਦੇ ਸਨ ਕਿ ਕਿਸੇ ਚੈਨਲ ਵਾਲਿਆਂ ਦੀ ਖੋਈ ਆ, ਉਹ ਅਸਲ ਦੇ ਵਿੱਚ ਇਸ ਮਾਮਲੇ 'ਚ ਇਹ ਗੱਲ ਸਾਹਮਣੇ ਆਈ ਹੈ ਕਿ OB ਵੈਨ ਇਸੇ ਡੇਰੇ ਦੀ ਸੀ ਜੀ। ਪਰ ਦੂਜੀ ਗੱਲ ਇਹ ਆ ਕਿ ਇਸ ਡੇਰੇ ਦਾ ਕੋਈ ਆਪਣਾ ਚੈਨਲ ਹੈ ਨੀਗਾ। ਇਸ OB ਵੈਨ ਦੇ ਨਾਲ ਕੀ ਪ੍ਰਸਾਰਿਤ ਕੀਤਾ ਜਾਂਦਾ ਸੀਗਾ ਉਹ ਹਾਲੇ ਭੇਤ ਬਣਿਆ। ਪਰ ਇਹ ਤੋਂ ਅਗਲੀ ਗੱਲ ਹੋਰ ਸਾਹਮਣੇ ਆਈ ਆ, ਉਹ ਇਹ ਆਈ ਆ ਕਿ ਇਸ ਡੇਰੇ ਦੇ ਵਿੱਚੋਂ ਬਹੁਤ ਸਾਰੇ ਸਪਾਈ ਕੈਮਰੇ ਬਰਾਮਦ ਹੋਏ ਆ, ਜਿਨ੍ਹਾਂ ਦੇ ਨਾਲ ਜਸੂਸੀ ਕੀਤੀ ਜਾਂਦੀ ਆ। ਇਹ ਕੈਮਰੇ ਔਰ ਇਹਨਾਂ ਕੈਮਰਿਆਂ ਦੇ ਨਾਲ ਕੁਛ ਹਾਰਡ ਡਿਸਕਾਂ ਵੀ ਜਿਹੜੀਆਂ ਉਹ ਵੀ ਬਰਾਮਦ ਕੀਤੀਆਂ ਗਈਆਂ। ਹੁਣ ਇਹਨਾਂ ਬਾਰੇ ਇੱਕ ਅਪੀਲ ਵੀ ਕੀਤੀ ਗਈ ਹੈ ਅਦਾਲਤ ਨੂੰ ਕਿ ਦੇਖੋ, ਇਹਨਾਂ ਦੇ ਵਿੱਚ ਸਟਿੰਗ ਆਪਰੇਸ਼ਨ ਹੋ ਸਕਦੇ ਆ, ਇਹਨਾਂ ਦੇ ਵਿੱਚ ਕੁਛ ਹੋਰ ਵੀਡੀਓਜ਼ ਹੋ ਸਕਦੇ ਆ ਜਿਨ੍ਹਾਂ ਨੂੰ ਜਨਤਕ ਕਰਨ ਤੇ ਬਹੁਤ ਸਾਰੇ ਪ੍ਰਤਿਸ਼ਠਾਵਾਨ ਲੋਕਾਂ ਦੀ ਪ੍ਰਤਿਸ਼ਠਾ ਦਾਅ ਤੇ ਲੱਗ ਸਕਦੀ ਹੈ। ਸੋ ਇਹਨਾਂ ਨੂੰ ਜਨਤਕ ਨਾ ਕੀਤਾ ਜਾਵੇ, ਮਤਲਬ ਕਿ ਕੋਰਟ ਜਿਹੜੀ ਹੈ ਉਹ ਸੀਕ੍ਰੇਸੀ ਰੱਖੇ, ਇਹਨਾਂ ਦੀ ਨਿਜਤਾ ਦਾ ਖਿਆਲ ਰੱਖੇ। ਇਹਦਾ ਮਤਲਬ ਇਹ ਹੋਇਆ ਕਿ ਉਹਨਾਂ ਹਾਰਡ ਡਿਸਕਾਂ ਦੇ ਵਿੱਚ ਉਹਨਾਂ ਸਪਾਈ ਕੈਮਰਿਆਂ ਦੇ ਜ਼ਰੀਏ ਵੀਡੀਓ ਸ਼ੂਟ ਕੀਤੀਆਂ ਜਾਂਦੀਆਂ ਸੀ, ਜਾਂ ਹਿਡਨ ਕੈਮਰੇ ਰਾਹੀਂ ਵੀਡੀਓ ਜਿਹੜੀਆਂ ਉਹ ਲੁਕਵੇਂ ਰੂਪ ਚ ਬਣਾ ਲਈਆਂ ਜਾਂਦੀਆਂ ਸਨ। ਕਿਉਂਕਿ ਬਹੁਤ ਸਾਰੇ ਲੋਕ ਇਹੋ ਜਿਹੇ ਜਾਂਦੇ ਆ ਜਿਹੜੇ ਸਮਾਜ ਦੇ ਵਿੱਚ ਬਹੁਤ ਰੁਤਬੇਦਾਰ ਵੀ ਹੁੰਦੇ ਸਨ। ਰੁਤਬੇਦਾਰ ਛੱਡੋ, ਉੱਥੇ ਤੇ ਵੱਡੇ ਵੱਡੇ ਅਫਸਰ ਵੀ ਜਾਂਦੇ ਸਨ, ਵੱਡੇ ਵੱਡੇ ਮੰਤਰੀ ਵੀ ਜਾਂਦੇ ਸਨ, ਤੇ ਅੰਦਰ ਹੋਟਲ ਵੀ ਆ, ਅੰਦਰ ਬੀਬੀਆਂ ਦੇ ਰਹਿਣ ਬਸੇਰੇ ਵੀ ਆ। ਇਹ ਉੱਥੇ ਕੌਣ ਕਰਦਾ ਸੀਗਾ, ਸਪਾਈ ਕੈਮਰਿਆਂ ਨੂੰ ਕੌਣ ਵਰਤਦਾ ਸੀ, ਇਹ ਸਾਰੀਆਂ ਵੀਡੀਓ ਕਿਹਦੇ ਕੋਲ ਜਾਂਦੀਆਂ ਸੀ,
ਇਹਦੇ ਬਾਰੇ ਜਾਂਚ ਪੜਤਾਲ ਗਹਿਰਾਈ ਦੇ ਨਾਲ ਹੋਣੀ ਚਾਹੀਦੀ ਹੈ, ਬਰੀਕੀ ਦੇ ਨਾਲ ਹੋਣੀ ਚਾਹੀਦੀ ਹੈ। ਪਰ ਹਾਲ ਦੀ ਘੜੀ ਇਸ ਮਾਮਲੇ ਤੇ ਇੱਕ ਸਵਾਲ ਇਹ ਵੀ ਉੱਠਦਾ ਪਿਆ, ਮੈਂ ਨਹੀਂ ਉਠਾ ਰਿਹਾ, ਇੱਕ ਸਵਾਲ ਮੀਡੀਆ ਵੀ ਚੁੱਕਦਾ ਪਿਆ ਕਿ ਕਿਸੇ ਏਜੰਸੀ ਲਈ ਤੇ ਇਹ ਸਪਾਈ ਕੈਮਰੇ ਜਿਹੜੇ ਜਸੂਸੀ ਨਹੀਂ ਸੀ ਕਰ ਰਹੇ। ਸੋ ਇਹ ਚੀਜ਼ਾਂ ਜਿਹੜੀਆਂ ਉਹ ਇਸ ਸਮੇਂ ਬਹੁਤ ਵੱਡਾ ਚਰਚਾ ਦਾ ਵਿਸ਼ਾ ਬਣੀਆਂ ਪਈਆਂ ਇੱਥੇ। ਜੀ 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 ਅਗਲੇ ਆਪਾਂ ਜਿਹੜੀ ਖਬਰ ਦੇ ਵੱਲ ਵੱਧਦੇ ਹਾਂ। ਕੈਪਟਨ ਸਰਕਾਰ ਦੇ ਸਰਦ ਰੁੱਤ ਦੇ ਇਜਲਾਸ ਦੇ ਉੱਤੇ ਸਵਾਲ ਉੱਠਣ ਲੱਗੇ ਨੇ। ਦੇਖੋ ਸਵਾਲ ਤੇ ਉੱਠਣੇ ਆ। ਜਿਵੇਂ ਸਰਦੂਲ ਸਿਕੰਦਰ ਨੇ ਕਿਹਾ ਸੀਗੇ ਨਾ ਕਿ ਤੀਲੀ ਤੋਂ ਬਣ ਗਿਆ ਲੌਂਗ, ਲੌਂਗ ਤੋਂ ਕੋਕਾ ਬਣ ਗਿਆ। ਇਹ ਤੇ ਹੁਣ ਕੰਮ ਸਾਰਾ ਸੁੰਗੜਦਾ ਹੀ ਜਾਂਦਾ ਪਿਆ। ਇਹਨਾਂ ਨੇ 3 ਦਿਨਾਂ ਦਾ ਇਜਲਾਸ ਸੱਦਿਆ, 28, 29, 29। ਹੁਣ ਪਹਿਲਾ ਦਿਨ ਦੇ ਸ਼ਰਧਾਂਜਲੀ ਚ ਲੰਘ ਜਾਣਾ ਤੇ ਦੂਜਾ ਦਿਨ ਇਹ ਮੇਰੇ ਖਿਆਲ ਦੇ ਨਾਲ ਪਹਿਲੀ ਗੱਲ ਸਾਰਿਆਂ ਨੇ ਆ ਕੇ ਬੈਠਣਾ ਨਹੀਂ। ਜੇ ਬੈਠ ਕੇ ਤੇ ਸਾਰਿਆਂ ਨੇ ਚੰਗੀ ਤਰ੍ਹਾਂ ਬੈਠਣਾ ਨਹੀਂ, ਇਹਨਾਂ ਨੇ ਆਪਸ ਦੇ ਵਿੱਚ ਉਲਝ ਜਾਣਾ। ਕਿਸੇ ਨੇ ਵਾਕ ਓਵਰ ਕਰ ਜਾਣਾ, ਕਿਸੇ ਨੇ ਕੋਈ ਉੱਥੇ ਆਪਸ ਦੇ ਵਿੱਚ ਝੱਟ ਲਾ ਲੈਣਾ ਤੇ ਹੋਣਾ ਕੱਖ ਵੀ ਨਹੀਂ। ਤੇ ਤੀਜੇ ਦਿਨ ਮੁੜ ਕੇ ਕਹਿਣਾ ਜੀ ਸਾਰੀ ਛੁੱਟੀ ਹੋ ਗਈ, ਜਾਓ ਘਰਾਂ ਨੂੰ। ਇਹ ਵੈਸੇ ਤੇ 2 ਦਿਨਾਂ ਚ ਵੀ ਕੰਮ ਨਿਬੇੜਿਆ ਜਾ ਸਕਦਾ ਸੀ, ਤੀਜੇ ਦਿਨ ਤੇ ਐਵੇਂ ਰੱਖ ਦਿੱਤਾ ਕਿਉਂਕਿ ਪਹਿਲੇ ਦਿਨ ਸ਼ਰਧਾਂਜਲੀ, ਦੂਜੇ ਦਿਨ ਇੱਕ ਦੂਜੇ ਦੇ ਨਾਲ ਮਾੜਾ ਮੋਟਾ ਮੱਥਾ ਖਪਾਈ ਤੇ ਉਸ ਤੋਂ ਬਾਅਦ ਘਰ ਨੂੰ ਜਾਓ। ਔਰ ਕਮਾਲ ਦੀ ਗੱਲ ਤੇ ਇਹ ਹੋਣ ਡਈ ਆ ਕਿ ਅੱਜ ਤੋਂ ਨਵੇਂ MLAs ਜਿਹੜੇ ਆਏ ਆ ਉਹਨਾਂ ਲਈ ਟ੍ਰੇਨਿੰਗ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ। ਮਤਲਬ ਕਿ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਕਿ ਉਹਨਾਂ ਨੇ ਅਸੈਂਬਲੀ ਚ ਕਿਸੇ ਹਿਸਾਬ ਕਿਤਾਬ ਨਾਲ, ਕਿਸੇ ਜ਼ਾਬਤੇ ਨਾਲ ਰਹਿਣਾ। ਹੁਣ ਪਹਿਲੇ ਸੈਸ਼ਨ ਦੇ ਵਿੱਚ ਤੇ ਸਭ ਕੁਛ ਹੋ ਗਿਆ ਜਿਹੜਾ ਕੁਛ ਹੋਣਾ ਸੀ। ਹੁਣ ਇਹ ਦੂਜੇ ਚ ਟ੍ਰੇਨਿੰਗ ਦੇਈ ਜਾ ਰਹੇ ਕਿ ਤੁਸੀਂ ਕਿੱਦਾਂ ਰਹਿਣਾ, ਕਿੱਦਾਂ ਉੱਥੇ ਬਹਿਣਾ, ਕਿੱਦਾਂ ਪੜ੍ਹਨਾ ਲਿਖਣਾ। ਉਹ ਸਾਰੀਆਂ ਗੱਲਾਂ ਤੁਹਾਨੂੰ ਸਿਖਾਈਆਂ ਜਾ ਰਹੀਆਂ ਜੀ। ਪਰ ਕਮਾਲ ਦੀ ਗੱਲ ਹੈ ਕਿ ਇਹ ਜਿਹੜਾ ਟ੍ਰੇਨਿੰਗ ਕੈਂਪ ਆ ਇਕੱਲਾ ਹੀ 2 ਦਿਨਾਂ ਦਾ, ਜਦ ਕਿ ਜਿਹੜਾ ਇਜਲਾਸ ਆ ਉਹ ਸਿਰਫ 3 ਦਿਨਾਂ ਦਾ। ਜੇ ਇਜਲਾਸ ਅਸੀਂ ਗਿਣੀਏ ਉਹ ਕੁੱਲ ਮਿਲਾ ਕੇ 2 ਦਿਨਾਂ ਦੇ ਲੱਗਦਾ। ਜਿਵੇਂ ਮੈਂ ਤੁਹਾਨੂੰ ਪਹਿਲਾ ਦਿਨ ਕਿਹਾ ਕਿ ਉਹ ਤੇ ਸ਼ਰਧਾਂਜਲੀਆਂ ਚ ਚਲੇ ਜਾਣਾ। ਕਮਾਲ ਦੀ ਗੱਲ ਆ ਕਿ ਜਿਹੜਾ ਟ੍ਰੇਨਿੰਗ ਕੈਂਪ ਆ ਉਹ ਵੀ 2 ਦਿਨਾਂ ਦਾ, ਜਿਹੜਾ ਇਜਲਾਸ ਆ ਉਹ ਵੀ ਕੁੱਲ ਮਿਲਾ ਕੇ ਤੱਕ ਆ ਕੇ 2 ਦਿਨਾਂ ਦਾ। ਪਰ ਇਹ ਸਿੱਧੇ ਤੌਰ ਤੇ ਮੈਂ ਕਹਾਂਗਾ ਕਿ ਜੋ ਸਾਡਾ ਪੈਸਾ ਹੈ, ਜੋ ਸਾਡੇ ਟੈਕਸ ਪੇਅਰਸ ਦੀ ਮਨੀ ਹੈ, ਉਹਦੀ ਦੁਰਵਰਤੋਂ ਹੈ ਸਿੱਧੇ ਤੌਰ ਤੇ। ਕਿਉਂਕਿ ਪੰਜਾਬ ਦੀ ਅਸੈਂਬਲੀ ਨੇ ਇਸ ਗੱਲ ਨੂੰ ਪ੍ਰਵਾਨ ਕੀਤਾ ਹੋਇਆ ਹੈ। ਰਾਜ ਕਰਨਵੀਰ ਸਿੰਘ ਜੀ, ਇਹ ਬੜੀ ਮਹੱਤਵਪੂਰਨ ਜਾਣਕਾਰੀ ਹੈ ਤੁਹਾਡੇ ਸਾਰਿਆਂ ਲਈ। ਬੇਅੰਤ ਸਿੰਘ ਸਰਕਾਰ ਵੇਲੇ ਇਹ ਗੱਲ ਪ੍ਰਵਾਨ ਕੀਤੀ ਗਈ ਸੀ ਕਿ ਅਸੈਂਬਲੀ ਦੀਆਂ ਘੱਟੋ ਘੱਟ 1 ਸਾਲ ਚ 40 ਬੈਠਕਾਂ ਜ਼ਰੂਰ ਹੋਣਗੀਆਂ। ਔਰ ਇਹ ਸਿਲਸਿਲਾ 2002 ਤੱਕ ਚੱਲਦਾ ਵੀ ਰਿਹਾ। ਉਸ ਤੋਂ ਬਾਅਦ ਤੇ ਬਿਲਕੁਲ ਭੱਠਾ ਹੀ ਬੈਠ ਗਿਆ। ਤੁਸੀਂ ਆਪ ਹੀ ਅੰਦਾਜ਼ਾ ਲੈ ਲਓ ਕਿ ਜਿਹੜੀਆਂ 40 ਘੱਟੋ ਘੱਟ ਬੈਠਕਾਂ ਮਿੱਥੀਆਂ ਗਈਆਂ ਅਸੈਂਬਲੀ ਦੀਆਂ, ਉਹ 2007 ਚ ਹੋਈਆਂ ਮਹਿਜ਼ 20, 2008 ਚ 16, 2009 ਚ 16, 2010 ਚ 18, 2011 ਚ ਫੇਰ 18, 2012 ਚ ਫੇਰ 19, 2013 ਚ ਫੇਰ 14, 2015 ਚ ਤੇ ਮਹਿਜ਼ 12 ਹੀ ਰਹਿ ਗਈਆਂ, 2016 ਚ 13 ਤੇ 2017 ਚ ਹੁਣ ਤੱਕ ਆ ਜਿਹੜੀਆਂ ਪਾ ਕੇ ਇਹ ਬੈਠਕਾਂ ਬਣਨੀਆਂ 15। ਹੁਣ ਔਸਤਨ ਇਹਨਾਂ ਦੀ ਲਾਈਏ ਤੇ 15 ਬਣਦੀ ਹੈ। ਮਤਲਬ ਕਿ ਕਿੱਥੇ ਡੈਮੋਕ੍ਰੇਸੀ ਦਾ ਜਿਹੜਾ ਮੰਦਰ ਹੈ ਉਹਨੇ ਆਪ ਹੀ ਇੱਕ ਮਰਿਆਦਾ ਤੈਅ ਕੀਤੀ ਕਿ ਘੱਟੋ ਘੱਟ 40 ਬੈਠਕਾਂ ਹੋਣੀਆਂ ਚਾਹੀਦੀਆਂ। ਔਰ ਉਹੀ ਮੰਦਰ, ਉਸੇ ਮੰਦਰ ਦੇ ਜਿਹੜੇ ਪੁਜਾਰੀ ਹੈ ਉਹ ਪੁਜਾਰੀਆਂ ਦੇ ਹੱਥੋਂ ਆਪਣੀ ਮਰਿਆਦਾ ਤਾਰ ਕਰਵਾ ਰਿਹਾ ਹੈ। ਸੋ ਇਹ ਇੱਕ ਮੈਂ ਕਹੂੰਗਾ ਕਿ ਲੋਕਾਂ ਦੇ ਨਾਲ ਸਿਆਸੀ ਠੱਗੀ ਹੈ ਔਰ ਇਸ ਸਿਆਸੀ ਠੱਗੀ ਨੂੰ ਬੰਦ ਕਰਨਾ ਚਾਹੀਦਾ। ਜਦੋਂ ਸਾਰਾ ਭੁਗਤਾਨ ਤੁਹਾਨੂੰ ਗਰੀਬ ਤੋਂ ਗਰੀਬ, ਅਮੀਰ ਤੋਂ ਅਮੀਰ ਬੰਦਾ ਕਰਦਾ ਕਿ ਭਾਈ ਤੁਸੀਂ ਜਾਓ ਬੈਠਕਾਂ ਚ ਭਾਗ ਲਓ, ਤੁਸੀਂ ਸਾਡੇ ਭਵਿੱਖ ਦੀ ਉੱਥੇ ਚਿੰਤਾ ਕਰੋ, ਚਿੰਤਨ ਕਰੋ, ਤੁਸੀਂ ਸਾਡੇ ਵਿਕਾਸ ਦੀਆਂ ਉੱਥੇ ਘਾਟਾਂ ਘੜੋ, ਅਸੀਂ ਸਾਰਾ ਕੁਛ ਭੁਗਤਾਨ ਕਰਾਂਗੇ। ਜਦੋਂ ਲੋਕ ਭੁਗਤਾਨ ਕਰਦੇ ਆ ਤੇ ਇਹ ਉੱਥੇ ਇਜਲਾਸ ਚ ਹਿੱਸਾ ਹੀ ਨਹੀਂ ਲੈ ਸਕਦੇ। ਤਾਂ ਇਜਲਾਸ ਵੀ 2-3 ਦਿਨ ਦਾ ਰੱਖ ਕੇ ਇਹ ਬਸ ਸਿਰਫ ਮਗਰੋਂ ਲਾਉਣ ਵਾਲਾ ਕੰਮ ਕਰੀ ਜਾਂਦੇ ਆ। ਤਾਂ ਫਿਰ ਜਨਤਾ ਨੂੰ ਸੋਚਣਾ ਚਾਹੀਦਾ ਕਿ ਜਿਹੜੇ ਲੋਕ ਇਸ ਤਰ੍ਹਾਂ ਤੁਹਾਨੂੰ ਮਗਰੋਂ ਲਾਈ ਜਾਂਦੇ ਆ, ਕਿਉਂ ਨਾ ਤੁਸੀਂ ਸੋਚੋ ਕਿ ਇਹੋ ਜਿਹੇ ਲੋਕਾਂ ਨੂੰ ਵੀ ਡਰਾਵਾ ਦਿੱਤਾ ਜਾਵੇ ਕਿ ਭਾਈ ਬੰਦੇ ਬਣ ਜਾਓ, ਨਹੀਂ ਤੇ ਫਿਰ ਤੁਹਾਨੂੰ ਅਸੀਂ ਮਗਰੋਂ ਲਾਵਾਂਗੇ। ਜੀ ਜੀ ਜਾਂਦੇ ਜਾਂਦੇ ਆਪਾਂ ਮਿੰਟੂ ਜੀ ਗੱਲ ਕਰ ਲਈਏ। ਫਾਜ਼ਿਲਕਾ ਦੇ ਵਿੱਚ ਇੱਕ ਹੋਰ ਸਿਆਸੀ ਲੜਾਈ ਹੋਈ ਆ ਤੇ ਇੱਕ ਨੂੰ ਗੋਲੀ ਵੱਜੀ। ਦੇਖੋ ਇਹ ਅੱਜ ਸ਼ਾਮੀ ਜੀ ਖਬਰ ਆਈ ਆ ਕਿ ਫਾਜ਼ਿਲਕਾ ਜ਼ਿਲ੍ਹੇ ਦੇ ਯੂਥ ਅਕਾਲੀ ਦਲ ਦੇ ਇੱਕ ਆਗੂ ਨੇ ਗੋਲੀ ਮਾਰ ਕੇ ਕਾਂਗਰਸੀ ਆਗੂ ਦਵਿੰਦਰ ਖੇੜਾ ਨੂੰ ਜ਼ਖਮੀ ਕਰ ਦਿੱਤਾ। ਦੱਸਿਆ ਜਾਂਦਾ ਕਿ
ਅਸਲ ਦੇ ਵਿੱਚ ਇਹ ਜਿਹੜਾ ਝਗੜਾ ਸੀ ਇਹਨਾਂ ਦੋਵਾਂ ਦਾ ਉਹ ਥਾਣੇ ਤੋਂ ਸ਼ੁਰੂ ਹੋਇਆ। ਦੋਵੇਂ ਪਾਰਟੀਆਂ ਥਾਣੇ ਗਈਆਂ ਸੀ, ਇਸੇ ਦਰਮਿਆਨ ਉੱਥੇ ਇਹਨਾਂ ਦਾ ਝਗੜਾ ਹੋ ਗਿਆ। ਝਗੜਦੇ ਜਦੋਂ ਬਾਹਰ ਨਿਕਲੇ ਆ ਤੇ ਬਾਹਰ ਫਿਰ ਰਸਤੇ ਦੇ ਵਿੱਚ ਇਹਨਾਂ ਦੀ ਫਿਰ ਦੁਬਾਰਾ ਲੜਾਈ ਹੋਈ ਆ। ਉਹਦੇ 'ਚ ਅਕਾਲੀ ਦਲ ਯੂਥ ਦੇ ਆਗੂ ਨੇ ਦੂਸਰੇ ਨੂੰ ਗੋਲੀ ਮਾਰ ਦਿੱਤੀ ਹੈ ਜੀ। ਔਰ ਇਹ ਮੇਰੇ ਖਿਆਲ ਦੇ ਨਾਲ 15ਵੀਂ 16ਵੀਂ ਲੜਾਈ ਹੈ ਵੱਡੀ, ਜਿਹੜੀ ਹਥਿਆਰਾਂ ਨਾਲ ਲੜੀ ਗਈ ਹੈ ਦੋਨਾਂ ਪਾਰਟੀਆਂ ਦੇ ਵਰਕਰਾਂ ਦੇ ਦਰਮਿਆਨ। ਆਮ ਆਦਮੀ ਪਾਰਟੀ ਵਾਲਿਆਂ ਦੀਆਂ ਛੋਟੀਆਂ ਮੋਟੀਆਂ ਕਿਤੇ ਕੋਈ ਝੜਪਾਂ ਤੇ ਭਾਵੇਂ ਉਹ ਸੁਣੀਆਂ ਹੋਣ, ਪਰ ਬਹੁਤੀਆਂ ਵੱਡੀਆਂ ਉਹਨਾਂ ਦੀਆਂ ਸਿਆਸੀ ਲੜਾਈਆਂ ਨਹੀਂ ਹੋਈਆਂ ਇਲੈਕਸ਼ਨਾਂ ਤੋਂ ਬਾਅਦ। ਪਰ ਜਿਸ ਤਰੀਕੇ ਨਾਲ ਇਹ ਦੋਨੇ ਦਲ ਕਦੇ ਗੁਰਦਾਸਪੁਰ 'ਚ ਲੜ ਪੈਂਦੇ, ਕਦੇ ਤਰਨਤਾਰਨ 'ਚ, ਅਬੋਹਰ ਦੇ ਵਿੱਚ ਵੀ 2 ਬੰਦੇ ਮਰੇ ਇਹਨਾਂ ਦੇ। ਇਸ ਤੋਂ ਇਲਾਵਾ ਮਾਨਸਾ ਜ਼ਿਲ੍ਹੇ ਦੇ ਵਿੱਚ ਵੀ ਝੜਪ ਹੋਈ, ਉਹਦੇ 'ਚ ਵੀ 2 ਕਤਲ ਹੋਏ ਆ। ਫਿਰ ਬਰੇਟੇ ਦੇ ਵਿੱਚ ਵੀ 2 ਕਤਲ ਹੋਏ ਆ। ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਇਹਨਾਂ ਦੀਆਂ ਘਟਨਾਵਾਂ ਹਨ ਉਹ 15 ਦੇ ਕਰੀਬ ਬਣ ਜਾਂਦੀਆਂ ਜੇ ਅਸੀਂ ਸਾਰੀਆਂ ਗਿਣੀਆਂ ਜਿੱਥੇ ਜਿੱਥੇ ਖੂਨੀ ਲੜਾਈਆਂ ਹੋਈਆਂ। ਔਰ ਇਹਨਾਂ ਦੇ ਵਿੱਚ ਪੁਲਿਸ ਕਰਦੀ ਕੱਖ ਨਹੀਂ। ਹੁਣ ਤੁਸੀਂ ਆਪ ਹੀ ਦੇਖ ਲਓ ਕਿ ਦਿਆਲ ਸਿੰਘ ਕੋਲਿਆਂ ਵਾਲੀ ਨੂੰ ਪੰਜਾਬ ਪੁਲਿਸ ਨੇ ਗਨਮੈਨ ਦਿੱਤੇ ਹੋਏ ਆ, ਔਰ ਉਹਨਾਂ ਦੀ ਲੜਾਈ ਦੇ ਵਿੱਚ ਦੋਵਾਂ ਧਿਰਾਂ ਤੇ ਮੁਕੱਦਮਾ ਤੇ ਦੋਵਾਂ ਧਿਰਾਂ 'ਚ 20 ਦੇ ਕਰੀਬ ਜਿਹੜੇ ਨਾਮਜ਼ਦ ਹੈ ਉਹਨਾਂ 'ਚ ਇੱਕ ਵੀ ਗ੍ਰਿਫਤਾਰੀ ਨਹੀਂ ਹੋਈ, ਜਦ ਕਿ ਕਈਆਂ ਦੇ ਨਾਲ ਵਿੱਚ ਗਨਮੈਨ ਵੀ ਤੁਰੇ ਫਿਰਦੇ ਆ। ਉਹ ਵੀ ਬੰਦੇ ਗ੍ਰਿਫਤਾਰ ਨਹੀਂ ਕਰਦੀ ਪਈ ਪੁਲਿਸ। ਜਦੋਂ ਨਾ ਉਹਨਾਂ ਦੇ ਗ੍ਰਿਫਤਾਰ ਕਰਨੇ ਨਾ ਉਹਨਾਂ ਦੇ ਗ੍ਰਿਫਤਾਰ ਕਰਨੇ ਆ, ਇਹਦਾ ਮਤਲਬ ਕਿ ਤੁਸੀਂ ਦੋਨਾਂ ਧਿਰਾਂ ਨੂੰ ਅਗਲੀ ਵਾਰ ਫੇਰ ਹੱਥ ਵੇਖਣ ਦਾ ਲਾਇਸੈਂਸ ਦੇ ਦਿੰਦੇ ਹੋ ਕਿ ਅਸੀਂ ਤੇ ਤੁਹਾਨੂੰ ਰੋਕ ਹੀ ਨਹੀਂ ਸਕਦੇ, ਤੁਸੀਂ ਜੋ ਮਰਜ਼ੀ ਕਰੀ ਜਾਓ। ਸੋ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਪੜਾਅ ਤੇ ਜਾ ਕੇ ਇਹ ਖੂਨੀ ਲੜਾਈਆਂ ਰੋਕਣੀਆਂ ਪੈਣੀਆਂ, ਨਹੀਂ ਤੇ ਮਸਲਾ ਬਹੁਤ ਵਿਗੜ ਜਾਊਗਾ। ਸਾਡੇ ਸਾਹਮਣੇ ਕੇਰਲ ਦੀ ਇੱਕ ਉਦਾਹਰਨ ਆ, ਪਰਸੋਂ ਉੱਥੇ RSS ਦਾ ਇੱਕ ਵਰਕਰ ਮਾਰ ਦਿੱਤਾ ਗਿਆ, ਔਰ RSS ਦੇ ਵਰਕਰ ਨੇ 3 ਸਾਲ ਪਹਿਲਾਂ ਖੱਬਿਆਂ ਦਾ ਇੱਕ ਬੰਦਾ ਮਾਰਿਆ ਸੀ, ਜ਼ਮਾਨਤ ਤੇ ਆਇਆ ਸੀ, ਉਹਨਾਂ ਨੇ ਚੱਕ ਕੇ ਉਹ ਮਾਰ ਦਿੱਤਾ। ਅੱਜ ਦੂਜੀ ਧਿਰ ਦੀ ਇੱਕ ਰੈਲੀ ਦੇ ਵਿੱਚ ਬੰਬ ਵਿਸਫੋਟ ਦੀ ਖਬਰ ਆ ਗਈ ਹੈ। ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਖਬਰਾਂ ਉੱਥੋਂ ਕੇਰਲਾ 'ਚ ਆਉਂਦੀਆਂ ਸੀ, ਕਿਤੇ ਉਹ ਸਾਡੇ ਇੱਥੇ ਰੋਜ਼ਾਨਾ ਦੀਆਂ ਰੂਟੀਨ ਦੀਆਂ ਖਬਰਾਂ ਨਾ ਬਣ ਜਾਣ। ਇਸ ਕਰਕੇ ਸਿਆਸੀ ਤਨਜ਼ੀਮਾਂ ਨੂੰ ਵੀ ਸੋਚਣਾ ਚਾਹੀਦਾ ਤੇ ਇੱਥੋਂ ਦੇ ਜਿਹੜੇ ਲਾਅ ਐਂਡ ਆਰਡਰ ਦੇ ਜ਼ਿੰਮੇਵਾਰ ਲੋਕ, ਮੋਹਤਬਰ ਲੋਕ ਆ, ਉਹਨਾਂ ਨੂੰ ਵੀ ਥੋੜਾ ਜਿਹਾ ਸਿਰ ਖੁਰਕਣਾ ਚਾਹੀਦਾ। ਜੀ ਜੀ। ਤੇ ਮਿੰਟੂ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ। ਇੱਥੇ ਜਿਹੜਾ ਅੱਜ ਦਾ ਪ੍ਰੋਗਰਾਮ ਦੀ ਸਮਾਪਤੀ ਹੈ। ਮਿਲਾਂਗੇ ਤੁਹਾਨੂੰ ਅਗਲੇ ਬੁਲੇਟਿਨ 'ਚ, ਉਦੋਂ ਤੱਕ ਲਈ ਬਹੁਤ ਬਹੁਤ ਧੰਨਵਾਦ, ਮਿਹਰਬਾਨੀ, ਸਤਿ ਸ਼੍ਰੀ ਅਕਾਲ। ਤੇ ਸੋ ਤੇ ਇੱਥੇ ਹੀ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਹੈ। ਅਗਲੀ ਵਾਰੀ ਤੱਕ ਲਈ ਮੈਨੂੰ ਰਾਜਕਨਵੀਰ ਸਿੰਘ ਨੇ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।